ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਪਰ ਸ਼ੁਭਾਇਮਾਨ। ਹਾਜ਼ਰਾ ਹਜ਼ੂਰ ਗੁਰੂ ਜ਼ਾਹਰਾ ਜ਼ਹੂਰ ਗੁਰੂ, ਬਾਣੀ ਗੁਰੂ ਸ਼ਬਦ ਗੁਰੂ, ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਦੀ ਦਇਆ ਨਦਰੇ ਅਨਾਇਤ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਅੰਮ੍ਰਿਤ ਵੇਲੇ ਤੋਂ ਬਖਸ਼ਿਸ਼ ਕੀਤੇ ਹਨ। ਸੰਧਿਆ ਸ਼ਾਮ ਦੇ ਦੀਵਾਨ ਨਿਤਾ ਪ੍ਰਤੀ ਦੇ ਨੇਮ ਮੁਤਾਬਕ ਗੁਰੂ ਕੀ ਹਾਜ਼ਰ ਹਜ਼ੂਰੀ ਵਿੱਚ ਸਜੇ ਹੋਏ ਦੀਵਾਨਾਂ ਦੌਰਾਨ ਸੱਚ ਕੀ ਬਾਣੀ ਦਾ ਰਾਗ ਦੇ ਨਿਯਮਾਂ ਦੇ ਤਹਿਤ ਕੀਰਤਨ ਹੋਇਆ। ਉਪਰੰਤ ਗੁਰੂ ਕੇ ਸਿੱਖਾਂ ਦੀ ਨਿਤਨੇਮ ਦੀ ਬਾਣੀ ਰਹਿਰਾਸ ਸਾਹਿਬ ਦਾ ਪਾਠ ਗੁਰੂ ਕੇ ਗ੍ਰੰਥੀ ਸਿੰਘਾਂ ਨੇ ਆਪ ਸਭਨਾਂ ਨੂੰ ਸਰਵਣ ਕਰਵਾਇਆ ਹੈ। ਵਡਭਾਗੀ ਰੂਹਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਤਥਾ ਗੁਰੂ ਕੀ ਬਾਣੀ ਦਾ ਪਾਠ ਸਰਵਣ ਕਰਕੇ ਲਾਹਾ ਲਿਆ ਹੈ, ਆਨੰਦ ਮਾਣਿਆ ਹੈ। ਹੁਣ ਵੇਲਾ ਹੋਇਆ ਹੈ ਗੁਰੂ ਕੇ ਸਰਗੁਣ ਸਰੂਪ ਦੇ ਵਿੱਚ ਵਿਚਰ ਕੇ ਵਰਤਾਏ ਹੋਏ ਕੌਤਕਾਂ ਦੀ ਜੋ ਨਿਰਮਲ ਕਥਾ ਹੈ ਤਿਸ ਨੂੰ ਸਰਵਣ ਕਰਨ ਦਾ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜਿਸ ਸੁੰਦਰਤਾ ਦੇ ਸਹਿਤ, ਜਿਸ ਛਵੀ ਦੇ ਸਹਿਤ, ਜਿਸ ਕ੍ਰਾਂਤੀ ਦੇ ਸਹਿਤ ਸਤਿਗੁਰੂ ਜੀ ਦੇ ਜੀਵਨ ਨੂੰ ਵਰਣਨ ਕੀਤਾ ਹੈ, ਉਹ ਪ੍ਰਸੰਗ ਆਪਾਂ ਨਿਤਾ ਪ੍ਰਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕਾਂ ਦੇ ਸਰਵਣ ਕਰਦੇ ਹਾਂ। ਬੀਤੇ ਕੱਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਆਪਾਂ ਸਰਵਣ ਕੀਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਬਾਜਾਂ ਵਾਲੇ ਤਾਜਾਂ ਵਾਲੇ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਨੰਦ ਵਰਤਾ ਰਹੇ ਹਨ, ਗੁਰੂ ਕੀਆਂ ਸੰਗਤਾਂ ਨੂੰ ਤਾਰ ਰਹੇ ਹਨ। ਜਿੱਥੇ ਹੋਰ ਬੇਅੰਤ ਗੁਰੂ ਕੇ ਸਿੱਖ ਮਾਈ ਭਾਈ ਸਤਿਗੁਰਾਂ ਦੇ ਦਰਸ਼ਨ ਅਭਿਲਾਖੀ ਜਾਂ ਕਿਸੇ ਪ੍ਰਕਾਰ ਦੀ ਸ਼ੰਕਾ ਲੈ ਕੇ ਆਏ ਹੋਏ ਜਗਿਆਸੂਆਂ ਦਾ ਹਰ ਪ੍ਰਕਾਰ ਦਾ ਸ਼ੰਕਾ ਨਿਵਰਤ ਕੀਤਾ ਜਾਂਦਾ ਹੈ। ਉਹਨਾਂ ਦੀ ਭਾਵਨਾ ਦੇ ਮੁਤਾਬਕ ਉਹਨਾਂ ਦੀਆਂ ਅਰਦਾਸਾਂ ਕਬੂਲ ਹੁੰਦੀਆਂ ਹਨ। ਉੱਥੇ ਬਹੁਤ ਸਾਰੇ ਕਵੀ ਜਨ ਵਿਦਵਾਨ ਲੋਕ ਸਤਿਗੁਰੂ ਜੀ ਦੇ ਦਰ ਘਰ ਵਿਖੇ ਆ ਕੇ ਰਹਿੰਦੇ ਹਨ। ਰਹਿ ਕੇ ਸਤਿਗੁਰੂ ਜੀ ਦੇ ਅਜਬ ਕੌਤਕਾਂ ਨੂੰ ਦੇਖਦੇ ਹਨ, ਅਦਭੁਤ ਲੀਲਾ ਨੂੰ ਦੇਖ ਕੇ ਸਤਿਗੁਰੂ ਜੀ ਦੀ ਮਹਿਮਾ ਦੇ ਵਿੱਚ ਆਪੋ ਆਪਣੀ ਬੁੱਧੀ ਦੇ ਮੁਤਾਬਕ ਕਵਿਤਾਵਾਂ, ਕਵਿੱਤ, ਸਵਈਏ ਆਦਿਕ ਰਚਨਾਵਾਂ ਰਚ ਕੇ ਫਿਰ ਗੁਰੂ ਕੇ ਦਰਬਾਰ ਵਿੱਚ ਸੰਗਤਾਂ ਦੇ ਸਨਮੁਖ ਸਟੇਜ 'ਤੇ ਖੜ੍ਹ ਕੇ ਸਰਵਣ ਕਰਾਉਂਦੇ ਹਨ। ਜਿਨ੍ਹਾਂ ਦੀਆਂ ਕਵਿਤਾਵਾਂ ਤੋਂ, ਜਿਨ੍ਹਾਂ ਦੀਆਂ ਰਚਨਾਵਾਂ ਤੋਂ ਸੰਗਤਾਂ ਬੜੀਆਂ ਖੁਸ਼ ਹੁੰਦੀਆਂ। ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਜੀ ਆਪ ਬੜੇ ਖੁਸ਼ ਹੁੰਦੇ ਹਨ। ਖੁਸ਼ ਹੋ ਕੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਇਨਾਮ, ਧਨ ਪਦਾਰਥ ਇਤਿਆਦਿਕ ਤਾਂ ਬਖਸ਼ਣੇ ਹੀ ਹਨ। ਇਹ ਤਾਂ ਸਤਿਗੁਰੂ ਜੀ ਵਾਸਤੇ ਬਹੁਤ ਛੋਟੀ ਜਿਹੀ ਗੱਲ ਹੈ। ਸਤਿਗੁਰੂ ਜੀ ਤਾਂ ਉਹਨਾਂ ਨਿਸ਼ਕਾਮ ਭਾਵਨਾ ਵਾਲਿਆਂ ਨੂੰ ਕੇਵਲ ਮੁਕਤੀ ਵੀ ਬਖਸ਼ਿਸ਼ ਕਰ ਦਿੰਦੇ ਹਨ। ਇਸ ਪ੍ਰਕਾਰ ਬਹੁਤ ਸਾਰੇ ਕਵੀ ਆਏ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆਨੰਦਪੁਰ ਸਾਹਿਬ ਵਿਖੇ ਆ ਕੇ ਰਹਿਣ ਲੱਗੇ।
ਦੂਰ ਦਰਾਡੇ ਇਲਾਕਿਆਂ ਤੋਂ, ਨੇੜੇ ਤੇੜੇ ਨਗਰਾਂ ਤੋਂ, ਜਗ੍ਹਾ ਜਗ੍ਹਾ ਤੋਂ, ਥਾਵਾਂ ਥਾਵਾਂ ਤੋਂ ਸਤਿਗੁਰੂ ਜੀ ਕੋਲ ਵਿਦਵਾਨ ਜਨ, ਕਵੀ ਜਨ ਆਉਂਦੇ, ਸਤਿਗੁਰੂ ਜੀ ਨੂੰ ਸੁੰਦਰ ਕਵਿਤਾਵਾਂ ਸੁਣਾਉਂਦੇ ਅਤੇ ਆਪੋ ਆਪਣੇ ਮਨ ਦੀਆਂ ਭਾਵਨਾਵਾਂ ਅਨੁਸਾਰ ਸਤਿਗੁਰੂ ਜੀ ਤੋਂ ਫਲ ਦੀ ਪ੍ਰਾਪਤੀ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਨਿਆਵੀ ਮੰਗਾਂ ਵੀ ਪੂਰੀਆਂ ਕਰਦੇ ਅਤੇ ਨਾਲ ਨਾਲ ਲੋਕ ਪਰਲੋਕ ਦੇ ਸੁੱਖ ਵੀ ਬਖਸ਼ਿਸ਼ ਕਰਦੇ। ਜਿਵੇਂ 52 ਕਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਉਂਟਾ ਸਾਹਿਬ ਦਰਬਾਰ ਵਿੱਚ ਸਨ, ਜਿਨ੍ਹਾਂ ਨੇ ਬਹੁਤ ਅਣਮੁੱਲਾ ਸਾਹਿਤ ਰਚਿਆ। ਇਸੇ ਪ੍ਰਕਾਰ ਉਹ 52 ਕਵੀ ਅਤੇ ਇਹਨਾਂ ਤੋਂ ਇਲਾਵਾ ਵੱਖ ਵੱਖ ਸਮਿਆਂ 'ਤੇ ਹੋਰ ਵੀ ਬਹੁਤ ਸਾਰੇ ਕਵੀ ਆ ਕੇ ਸਤਿਗੁਰੂ ਜੀ ਦੀ ਮਹਿਮਾ, ਸਤਿਗੁਰੂ ਜੀ ਦਾ ਗੁਣਗਾਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ। ਇਹਨਾਂ ਵਿੱਚੋਂ ਇੱਕ ਹੰਸ ਰਾਮ ਕਵੀ ਹੋਇਆ, ਜਿਨ੍ਹਾਂ ਦੀਆਂ ਰਚਨਾਵਾਂ, ਜਿਨ੍ਹਾਂ ਦੇ ਕਵਿਤਾ ਨੂੰ ਆਪਾਂ ਬੀਤੇ ਕੱਲ ਸਰਵਣ ਕੀਤਾ, ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਸਾਰੀ ਮਹਿਮਾ ਕਰਦਿਆਂ ਹੋਇਆਂ ਦੁਨੀਆ ਭਰ ਦੇ ਜਿਹੜੇ ਤੀਰਥ ਅਸਥਾਨ ਹੈ, ਦੁਨੀਆ ਭਰ ਦੇ ਜਿਹੜੇ ਪੈਗੰਬਰ ਹੋਏ ਹੈ, ਦੇਵੀ ਦੇਵਤੇ ਹੋਏ ਹੈ, ਉਹਨਾਂ ਦੇ ਨਾਮ ਲੈ ਕੇ ਆਖਿਆ ਕਿ ਜੋ ਕੁਝ ਉਹਨਾਂ ਕੋਲ ਜਾਣ ਤੋਂ ਪ੍ਰਾਪਤ ਨਹੀਂ ਹੁੰਦਾ ਨਾ, ਉਹ ਸਭ ਦਾਤਾਂ ਜਿਹੜੀਆਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆ ਕੇ ਪ੍ਰਾਪਤ ਹੋ ਜਾਂਦੀਆਂ ਹਨ। ਸੋ ਇਸ ਪ੍ਰਕਾਰ ਇਹ ਹੰਸ ਰਾਮ ਕਵੀ ਕਹਿੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨੰਦ ਹੋ, ਇਹ ਸਾਰੇ ਸੰਸਾਰ ਵਿੱਚ ਪ੍ਰਤੱਖ ਪ੍ਰਗਟ ਹੋ ਰਹੀ ਹੈ ਤੁਹਾਡੀ ਮਹਿਮਾ। ਅਤੇ ਜਿਹਨੇ ਜਿਹਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ, ਉਹਨਾਂ ਨੂੰ ਕੀ ਪ੍ਰਾਪਤ ਨਹੀਂ ਹੋਇਆ, ਭਾਵ ਸਭ ਕੁਝ ਹੀ ਮਿਲ ਗਿਆ। ਜੋ ਮੰਗਿਆ, ਗੱਲ ਮੂੰਹੋਂ ਕੱਢਣ ਦੀ ਦੇਰੀ ਸੀ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਭਾਵਨਾ ਪੂਰੀ ਕਰਨ ਵਿੱਚ ਕਦੇ ਦੇਰੀ ਨਹੀਂ ਕੀਤੀ। ਸੋ ਸਤਿਗੁਰੂ ਜੀ ਦੀ ਮਹਿਮਾ ਨੂੰ ਆਪਾਂ ਇੱਥੋਂ ਤੱਕ ਸਰਵਣ ਕਰ ਲਿਆ ਸੀ। ਅੱਗੇ ਜਿਵੇਂ ਕਵੀ ਜਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਿਕਾਰ ਚੜ੍ਹਨ ਸਮੇਂ ਦੀ ਮਹਿਮਾ ਔਰ ਸਤਿਗੁਰੂ ਜੀ ਦੇ ਹੱਥ ਦਾ ਜੋ ਸੁੰਦਰ ਬਾਜ, ਜਿਸ ਨੂੰ ਬੇਸਰਾ ਲਿਖਿਆ ਹੈ ਕਵੀ ਜੀ ਨੇ, ਕਿਉਂਕਿ ਬਾਜਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਇਹ ਜਿਹੜੇ ਸ਼ਿਕਾਰੀ ਪੰਛੀ ਹੈ, ਇਹਨਾਂ ਦੀ ਸਰੀਰ ਦੀ ਬਣਤਰ ਅਨੁਸਾਰ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ। ਇਸੇ ਪ੍ਰਕਾਰ ਇਹਨਾਂ ਦੇ ਸਰੀਰ ਦੇ ਬਲ ਕਰਕੇ ਵੀ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਗਿਣੀਆਂ ਜਾਂਦੀਆਂ। ਫਿਰ ਨਰ ਅਤੇ ਮਾਦਾ, ਇਹ ਵੱਖਰੀਆਂ ਵੱਖਰੀਆਂ ਕਿਸਮਾਂ ਹਨ। ਸੋ ਜਿਵੇਂ ਸਤਿਗੁਰੂ ਜੀ ਦਾ ਬੇਸਰਾ ਬਾਜ ਜਿਹੜਾ ਉਹ ਸ਼ਿਕਾਰ ਕਰਦਾ ਹੈ, ਕਿਹੜੇ ਕਿਹੜੇ ਜਾਨਵਰਾਂ ਤੋਂ, ਉਹ ਕਿਹੜੇ ਕਿਹੜੇ ਪੰਛੀਆਂ ਤੋਂ, ਸ਼ਿਕਾਰੀ ਪੰਛੀਆਂ ਤੋਂ ਬਹੁਤ ਤਾਕਤਵਰ ਹੈ, ਉਹ ਅੱਜ ਦੇ ਪ੍ਰਸੰਗ ਦੇ ਵਿੱਚ ਆਪਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਿਤਰ ਬੇਸ ਬੇਸ ਰਹਿ ਗੁਰੂ ਗੋਬਿੰਦ ਕੀ ਸਰਕਾਰ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੀ ਇਹ ਸੱਚੀ ਸਰਕਾਰ ਜਿਹੜੇ ਚਲਾ ਰਹੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਰਕਾਰ ਦਾ ਜਿਹੜਾ ਬੇਸਰਾ ਬਾਜ ਹੈ ਨਾ, ਬੇਸਰਾ, ਉਹ ਕਹਿੰਦੇ ਬੇਸ਼ ਬਹੁਤ ਵਧੀਆ, ਬੜੀ ਉੱਤਮ ਕਿਸਮ ਦਾ ਹੈ। ਬੇਸਰਾ ਜਿਹੜਾ, ਇਹਨੂੰ ਗੁਲਾਬ ਚਸ਼ਮ ਵੀ ਕਿਹਾ ਜਾਂਦਾ, ਕਿਉਂਕਿ ਇਹਦੇ ਜਿਹੜੇ ਚਸ਼ਮ ਹੈ, ਇਹਦੇ ਨੇਤਰ ਹੈ, ਇਹਦੀਆਂ ਅੱਖਾਂ ਉਹ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ, ਇਸ ਕਰਕੇ ਇਹਨੂੰ ਗੁਲਾਬ ਚਸ਼ਮ ਕਿਹਾ ਜਾਂਦਾ ਹੈ। ਸੋ ਇਹ ਦੋਗਲਾ ਪੰਛੀ ਹੈ। ਬਾਸ਼ੀਨ ਮਾਦਾ ਅਤੇ ਸ਼ਿਕਰਾ ਨਰ, ਇਹਨਾਂ ਦੇ ਮਿਲਾਪ ਤੋਂ ਇਹਦੀ ਪੈਦਾਇਸ਼ ਹੁੰਦੀ ਹੈ ਔਰ ਬੜਾ ਤਾਕਤਵਰ, ਬੜਾ ਬਲਸ਼ਾਲੀ ਸ਼ਿਕਾਰੀ ਪੰਛੀ ਹੈ। ਆਮ ਸ਼ਿਕਾਰੀ ਇਹਨੂੰ ਬਹੁਤ ਘੱਟ ਰੱਖਦੇ ਹੈ, ਪਰ ਕੋਈ ਕੋਈ ਸ਼ਿਕਾਰੀ ਇਹਨੂੰ ਰੱਖਦਾ ਹੈ। ਪਰ ਜਿਹੜੇ ਰੱਖਦੇ ਹੈ ਉਹਨਾਂ ਦੇ ਇਹ ਕੰਮ ਬੜਾ ਹੁੰਦਾ, ਬਹੁਤ ਜ਼ਿਆਦਾ ਤਾਕਤਵਰ ਹੁੰਦਾ ਜਿਹੜਾ ਬੇਸਰਾ ਹੈ। ਸੋ ਇਹ ਜਿਹੜਾ ਬੇਸਰਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ, ਇਹ ਬੇਸਰਾ ਜਿਹੜਾ ਨਰ ਪੰਛੀ ਹੈ, ਇਹਦੀ ਮਾਦਾ ਨੂੰ ਧੂਤੀ ਜਾਂ ਤੂਦੀ ਕਿਹਾ ਜਾਂਦਾ ਹੈ। ਸੋ ਬਹੁਤ ਹੀ ਤਾਕਤਵਰ ਜਿਹੜਾ ਬੇਸਰਾ, ਜਿਹੜਾ ਬਾਜ ਸਤਿਗੁਰੂ ਜੀ ਦੇ ਕੋਲ ਸ਼ੋਭਨੀਕ ਹੋ ਰਿਹਾ, ਸਤਿਗੁਰੂ ਜੀ ਦੇ ਕੋਲ ਰਹਿੰਦਾ, ਸਤਿਗੁਰੂ ਜੀ ਦੀ ਸੰਗਤ ਵਿੱਚ ਰਹਿੰਦਾ ਹੈ,
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੀ ਸਰਕਾਰ ਦੇ ਕੋਲ ਜਿਹੜਾ ਬੇਸਰਾ ਹੈ ਬੜਾ ਹੀ ਵਧੀਆ ਕਿਸਮ ਦਾ, ਬੜਾ ਉੱਤਮ ਕਿਸਮ ਦਾ ਹੈ। ਜਾਂ ਕੀ ਦਹਿਸ਼ਤ ਗਿਰੇ ਕਹਿਣ ਕੋ ਘਰ ਹੈ, ਜਾਂ ਕੀ ਦਹਿਸ਼ਤ ਗਿਰੇ ਕੋਹਨ ਕੇ ਘਰ ਹੈ। ਕੋਹਨ ਕੁਹੀਆਂ, ਜਿਵੇਂ ਬੇਸਰਾ ਇੱਕ ਕਿਸਮ ਹੈ ਬਾਜਾਂ ਦੀ, ਇਸੇ ਤਰ੍ਹਾਂ ਕੁਹੀ ਵੀ ਬਾਜ ਦੀ ਇੱਕ ਕਿਸਮ ਹੈ। ਕਹਿੰਦੇ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੇਸਰਾ ਨਾਲ ਉਹਦੀ ਦਹਿਸ਼ਤ ਦੇ ਨਾਲ ਕੁਹੀਆਂ ਦੇ ਘਰ ਭਾਵ ਆਲਣੇ ਉਹਦੀ ਦਹਿਸ਼ਤ ਨਾਲ ਹੀ ਡਿੱਗ ਪੈਂਦੇ ਆ। ਇੰਨਾ ਉਹ ਤਾਕਤਵਰ ਜਾਨਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਹੋਇਆ ਹੈ। ਕੁਹੀ ਜਿਹੜੀ ਹੈ ਇਹ ਕਾਲੇ ਨੇਤਰਾਂ ਵਾਲਾ ਸ਼ਿਕਾਰੀ ਪੰਛੀ ਹੈ ਬਾਜ ਦੀ ਇੱਕ ਕਿਸਮ। ਇਸ ਕਰਕੇ ਇਹਨੂੰ ਸਿਆਹ ਚਸ਼ਮ ਵੀ ਕਿਹਾ ਜਾਂਦਾ ਹੈ, ਕਾਲੇ ਨੇਤਰਾਂ ਵਾਲਾ ਸਿਆਹ ਚਸ਼ਮ। ਸੋ ਇਹਦਾ ਨਾਮ ਸ਼ਾਹੀਨ ਕੁਹੀ ਵੀ ਕਿਹਾ ਜਾਂਦਾ ਹੈ। ਇਹਦਾ ਕੱਦ ਜਿਹੜਾ ਹੁੰਦਾ ਹੈ ਉਹ ਜਿਵੇਂ ਲਗੜ ਨਹੀਂ ਹੁੰਦਾ, ਇਹ ਲਗੜ ਵੀ ਇੱਕ ਜਿਹੜੀ ਬਾਜ ਦੀ ਕਿਸਮ ਹੈ। ਲਗੜ ਦੇ ਬਰਾਬਰ ਦਾ ਇਹਦਾ ਕੱਦ ਹੁੰਦਾ ਹੈ। ਸਾਰੀਆਂ ਸਿਫਤਾਂ ਜਿਹੜੀਆਂ ਇਹਦੇ ਵਿੱਚ ਹੁੰਦੀਆਂ, ਬਾਕੀ ਤਾਂ ਬਹਿਰੀ ਵਰਗੀਆਂ ਹੁੰਦੀਆਂ। ਬਹਿਰੀ ਵੀ ਇੱਕ ਪੰਛੀ ਹੈ ਬਾਜ ਦੀ ਕਿਸਮ ਦੇ ਵਿੱਚੋਂ ਹੀ, ਬਾਜ ਜਾਤੀ ਦੇ ਵਿੱਚੋਂ ਹੀ ਹੈ। ਸੋ ਇਹ ਮਾਦਾ ਪੰਛੀ ਹੁੰਦਾ ਹੈ ਜਿਹੜਾ ਕੁਹੀ ਹੈ, ਸ਼ਾਹੀਨ ਕੁਹੀ ਜਿਹਨੂੰ ਕਿਹਾ ਜਾਂਦਾ ਹੈ। ਇਹਦਾ ਜਿਹੜਾ ਨਰ ਪੰਛੀ ਹੈ ਬਾਜ, ਉਹਨੂੰ ਕੋਹੀਲਾ ਕਿਹਾ ਜਾਂਦਾ ਹੈ। ਸੋ ਉਹ ਜਿਹੜੀਆਂ ਕੁਹੀਆਂ ਹੈ ਇਹਨਾਂ ਦਾ ਰੰਗ ਸੁਰਖ ਮਿਲਿਆ ਹੋਇਆ ਕਾਲਾ ਤੇ ਲਾਲ ਭਾ ਮਾਰਦਾ ਹੁੰਦਾ। ਕਾਲਾ ਰੰਗ ਹੁੰਦਾ, ਵਿੱਚ ਥੋੜ੍ਹੀ ਥੋੜ੍ਹੀ ਲਾਲੀ ਭਾ ਮਾਰਦੀ ਹੁੰਦੀ ਹੈ। ਕਈ ਕੁਈਆਂ ਖਾਕੀ ਰੰਗ ਦੀਆਂ ਵੀ ਹੁੰਦੀਆਂ। ਸੋ ਇਹ ਜਿਹੜਾ ਪੰਛੀ ਹੈ ਨਾ ਕੁਹੀ, ਇਹ ਪੰਜਾਬੀ ਪੰਛੀ ਨਹੀਂ, ਇਹ ਵਿਦੇਸ਼ਾਂ ਤੋਂ ਉੱਡ ਕੇ ਆਉਂਦੇ ਆ। ਹੋਰਨਾਂ ਦੇਸ਼ਾਂ ਤੋਂ ਪੰਜਾਬ ਵਿੱਚ ਹੋਰਨਾਂ ਇਲਾਕਿਆਂ ਵਿੱਚੋਂ ਉੱਡ ਕੇ ਆਉਂਦੇ ਆ ਸਰਦੀ ਦੇ ਸ਼ੁਰੂ ਦੇ ਵਿੱਚ। ਔਰ ਇਹ ਮੁਰਗਾਬੀਆਂ ਦਾ ਸ਼ਿਕਾਰ ਕਰਦਾ ਖਾਸ ਕਰਕੇ। ਜਦੋਂ ਕਿਸੇ ਸ਼ਿਕਾਰੀ ਨੇ ਮੁਰਗਾਬੀਆਂ ਦਾ ਸ਼ਿਕਾਰ ਕਰਨਾ ਹੋਵੇ ਨਾ, ਬੰਦੂਕ ਦੇ ਨਾਲ ਨਿਸ਼ਾਨੇ ਬੰਨ੍ਹਣੇ ਹੋਣ, ਤੇ ਉਹ ਕੁਹੀਆਂ ਕੋਲ ਰੱਖਦੇ ਆ। ਇਹ ਕੁਹੀ ਕੀ ਹੈ, ਜਦੋਂ ਕਿਸੇ ਪਾਣੀ ਦੇ ਸੋਮੇ ਦੇ ਉੱਤੇ ਮੁਰਗਾਬੀਆਂ ਜਿੱਥੇ ਤੈਰਦੀਆਂ ਉੱਥੇ ਜਾ ਕੇ ਉੱਪਰ ਉਡਾਰੀਆਂ ਮਾਰਨ ਲੱਗ ਪੈਂਦੀ ਹੈ। ਉਹਦੀ ਦਹਿਸ਼ਤ ਇੰਨੀ ਹੁੰਦੀ ਹੈ ਵੀ ਮੁਰਗਾਬੀਆਂ ਉੱਡਦੀਆਂ ਨਹੀਂ, ਭੱਜਦੀਆਂ ਨਹੀਂ ਕਿਸੇ ਪਾਸੇ, ਵੀ ਜੇ ਹਿੱਲੀਆਂ ਤਾਂ ਕੁਹੀ ਨੇ ਉੱਤੇ ਆ ਕੇ ਝਪਟਾ ਮਾਰ ਲੈਣਾ। ਇੱਕ ਜਗ੍ਹਾ ਅਡੋਲ ਉਹ ਖੜੀਆਂ ਰਹਿੰਦੀਆਂ ਤੇ ਸ਼ਿਕਾਰੀ ਨੂੰ ਬੜੀ ਆਸਾਨੀ ਹੁੰਦੀ ਹੈ। ਉਹ ਬੰਦੂਕ ਦੇ ਨਿਸ਼ਾਨੇ ਦੇ ਨਾਲ ਕੱਲੀ ਕੱਲੀ ਨੂੰ ਕੁੰਡ ਦਿੰਦਾ ਉਹਨਾਂ ਨੂੰ, ਕਿਉਂਕਿ ਇੱਕ ਜਗ੍ਹਾ ਸਥਿਰ ਖੜੀਆਂ ਹੁੰਦੀਆਂ, ਨਿਸ਼ਾਨਾ ਉੱਕਦਾ ਨਹੀਂ। ਤੇ ਜੇ ਉਹ ਡਰ ਕਰਕੇ ਫਿਰ ਭੱਜਣ ਲੱਗਦੀਆਂ ਤਾਂ ਫਿਰ ਇਹ ਉੱਪਰ ਚੱਕਰ ਕੱਟਣ ਲੱਗ ਜਾਂਦੀ ਹੈ। ਕੋਈ ਉਹਨਾਂ ਨੂੰ ਖੜਾ ਕੇ ਸਥਿਰ ਕਰਕੇ ਰੱਖਦੀ ਹੈ। ਇਉਂ ਸ਼ਿਕਾਰੀ ਜਿਹੜੇ ਹੈ ਇਹਨੂੰ ਆਪਣੀ ਸਹਾਇਤਾ ਵਾਸਤੇ ਆਪਣੇ ਕੋਲ ਰੱਖਦੇ ਆ, ਆਪਣੇ ਨਾਲ ਰੱਖਦੇ ਆ। ਜੇ ਇਹਦਾ ਬੱਚਾ ਪਾਲਿਆ ਜਾਵੇ ਤਾਂ ਕਈ ਵਰੇ ਇਹ ਜਿਵੇਂ ਬਾਜ ਰਹਿੰਦਾ ਨਾ ਸ਼ਿਕਾਰੀਆਂ ਦੇ ਕੋਲ, ਕਈ ਵਰੇ ਇਹ ਸ਼ਿਕਾਰੀ ਦੇ ਕੋਲ ਰਹਿੰਦਾ ਹੈ। ਇਸ ਨੂੰ ਅੰਗਰੇਜ਼ੀ ਦੇ ਵਿੱਚ ਫਾਲਕੋ ਪੈਰੀਗ੍ਰੇਨੇਟਰ ਕਹਿੰਦੇ ਆ, ਫਾਲਕੋ ਪੈਰੀਗ੍ਰੇਨੇਟਰ, ਕਿਉਂਕਿ ਬਾਜ ਵੱਖਰੇ ਵੱਖਰੇ ਨਾਮ ਹਨ, ਵੱਖਰੀਆਂ ਵੱਖਰੀਆਂ ਕਿਸਮਾਂ। ਕਿਸੇ ਨੂੰ ਈਗਲ ਕਿਹਾ ਜਾਂਦਾ ਹੈ, ਕਿਸੇ ਨੂੰ ਫਾਲਕੋਨ ਕਿਹਾ ਜਾਂਦਾ ਹੈ। ਸੋ ਇਹ ਵੱਖਰੀਆਂ ਵੱਖਰੀਆਂ ਕਿਸਮਾਂ ਜਿਹੜੀਆਂ ਬਾਜਾਂ ਦੀਆਂ ਹਨ। ਇਹ ਜਿਹੜੀ ਕੁਹੀ ਹੈ, ਕਹਿੰਦੇ ਕੁਹੀਆਂ ਦੇ ਜਿਹੜੇ ਘਰ ਹੈ ਭਾਵ ਆਲਣੇ ਹੈ, ਸਤਿਗੁਰੂ ਜੀ ਦੇ ਬੇਸਰੇ ਦੀ ਐਸੀ ਦਹਿਸ਼ਤ ਹੈ ਕਿ ਉਹਨਾਂ ਦੇ ਆਲਣੇ ਆਪਣੇ ਆਪ ਦਹਿਸ਼ਤ ਦੇ ਨਾਲ ਹੀ ਡਿੱਗ ਪੈਂਦੇ ਹਨ। ਫਿਰ ਸਤਿਗੁਰੂ ਜੀ ਦੇ ਬੇਸਰੇ ਦੀ ਦਹਿਸ਼ਤ ਇੰਨੀ ਹੈ ਕਿ ਬਰ ਬਾਜਨ ਬਰ ਨਾ ਧਰੈ। ਜਿਹੜੇ ਸ੍ਰੇਸ਼ਟ ਬਾਜ ਆ ਨਾ, ਕਿਉਂਕਿ ਬਾਜ ਇਹ ਵੀ ਮਾਦਾ ਪੰਛੀ ਹੈ, ਬਾਜ ਨਰ ਪੰਛੀ ਨਹੀਂ ਹੈ। ਜਿਹੜਾ ਆਪਾਂ ਕਹਿ ਸਾਰਿਆਂ ਨੂੰ ਬਾਜ ਦਿੰਦੇ ਆ, ਪਰ ਜਿਹੜਾ ਅਸਲ ਬਾਜ ਹੈ ਉਹ ਮਾਦਾ ਪੰਛੀ ਹੈ, ਸ਼ਿਕਾਰੀ ਪੰਛੀ। ਕਹਿੰਦੇ ਜਿਹੜੇ ਸ੍ਰੇਸ਼ਟ ਬਾਜ ਆ ਨਾ, ਸੋ ਉਹ ਸ੍ਰੇਸ਼ਟ ਬਾਜ ਬਰ ਨਾ ਧਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੇਸਰੇ ਦੀ ਦਹਿਸ਼ਤ ਇੰਨੀ ਹੈ ਵੀ ਉਹ ਵੀ ਉਹਦੇ ਸਾਹਮਣੇ ਬਲ ਧਾਰਨ ਨਹੀਂ ਕਰਦੇ। ਔਰ ਸਤਿਗੁਰੂ ਜੀ ਦੇ ਬੇਸਰੇ ਦੀ ਹੋਰ ਦਹਿਸ਼ਤ ਇੰਨੀ ਹੈ ਕਿ ਬਹਿਰੀਆਂ ਦੇ ਬਲ ਛੁੱਟ ਜਾਂਦੇ ਆ। ਬਹਿਰੀ ਵੀ ਇੱਕ ਸ਼ਿਕਾਰੀ ਪੰਛੀ ਹੈ, ਇਹ ਵੀ ਸ਼ਾਹ ਚਸ਼ਮ ਹੈ,
ਕਾਲੀਆਂ ਅੱਖਾਂ ਵਾਲਾ ਪੰਛੀ ਹੈ। ਇਹਦਾ ਕੱਦ ਛੋਟੇ ਬਾਜ ਜਿੰਨਾ ਹੁੰਦਾ ਹੈ ਔਰ ਸਰਦੀ ਦੇ ਸ਼ੁਰੂ ਵਿੱਚ ਮੁਰਗਾਬੀਆਂ ਦੇ ਨਾਲ ਹੀ ਇਹ ਪੰਜਾਬ ਦੇ ਵਿੱਚ ਬਹਿਰੀਆਂ ਆਉਂਦੀਆਂ ਹਨ। ਬਹਿਰੀ ਦੀ ਉਡਾਰੀ ਸਭ ਤੋਂ ਉੱਚੀ ਅਤੇ ਲੰਮੀ ਮੰਨੀ ਜਾਂਦੀ ਹੈ, ਇੰਨਾ ਇਹਦੇ ਵਿੱਚ ਬਲ ਹੁੰਦਾ ਹੈ। ਕਾਲੀ ਅੱਖ ਦੇ ਜਿਹੜੇ ਪੰਛੀ ਹੈ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਵੱਧ ਦਲੇਰ ਅਤੇ ਫੁਰਤੀਲਾ ਪੰਛੀ ਹੈ ਬਹਿਰੀ। ਔਰ ਐਡਾ ਫੁਰਤੀਲਾ ਪੰਛੀ ਹੈ, ਐਡੀ ਉੱਚੀ ਇਹਦੀ ਉਡਾਰੀ ਹੈ। ਕੂੰਜ ਦੀ ਉਡਾਰੀ ਬਹੁਤ ਉੱਚੀ ਹੁੰਦੀ ਹੈ ਨਾ, ਇਹ ਕੂੰਜਾਂ ਦਾ ਵੀ ਸ਼ਿਕਾਰ ਕਰ ਲੈਂਦੀ ਹੈ, ਬਹਿਰੀ ਹੁੰਦੀ ਹੈ ਜਿਹੜੀ। ਸੋ ਇਹਦਾ ਰੰਗ ਚਰਗ ਵਰਗਾ ਕਾਲਾ ਹੁੰਦਾ। ਚਰਗ ਵੀ ਇੱਕ ਸ਼ਿਕਾਰੀ ਪੰਛੀ ਦੀ ਕਿਸਮ ਹੈ, ਬਾਜ ਦੀ ਹੀ ਕਿਸਮ ਦੇ ਵਿੱਚੋਂ, ਬਾਜ ਜਾਤੀ ਵਿੱਚੋਂ। ਔਰ ਛਾਤੀ ਦੇ ਵਾਲ ਜਿਹੜੇ ਨੇ ਖਾਲਦਾਰ ਖਾਕੀ ਰੰਗ ਦੇ ਹੁੰਦੇ ਆ। ਸੋ ਇਸ ਪ੍ਰਕਾਰ ਜਿਹੜੀਆਂ ਬਹਿਰੀਆਂ ਹਨ ਇਹ ਵੀ ਠੰਡੇ ਪਹਾੜਾਂ ਦੇ ਵਿੱਚ ਇਹ ਆਂਡੇ ਦਿੰਦੀਆਂ ਅਤੇ ਸ਼ਿਕਾਰੀ ਜਿਹੜੇ ਇਹਨਾਂ ਨੂੰ ਸਿਰਫ 6 ਮਹੀਨੇ ਸ਼ਿਕਾਰ ਵਾਸਤੇ ਆਪਣੇ ਕੋਲ ਰੱਖਦੇ ਆ, ਬਾਅਦ ਵਿੱਚ ਛੱਡ ਦਿੰਦੇ ਆ। ਫਿਰ ਇਹ ਜਾ ਕੇ ਆਪਣੇ ਆਂਡੇ ਦਿੰਦੀਆਂ, ਬੱਚੇ ਕੱਢਦੀਆਂ। ਸੋ ਇਸ ਪ੍ਰਕਾਰ ਇਹਦਾ ਨਾਮ, ਬਹਿਰੀ ਦਾ ਨਾਮ ਸ਼ਹੀਨ ਬਹਿਰੀ ਵੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬੇਸਰ ਹੈ ਉਹਦੀ ਦਹਿਸ਼ਤ ਇੰਨੀ ਹੈ ਕਿ ਜਿਹੜੀਆਂ ਇਹ ਬਹਿਰੀਆਂ ਇੰਨਾ ਫੁਰਤੀਲਾ ਪੰਛੀ ਹੈ ਇਹ ਵੀ ਉਹਦੇ ਸਾਹਮਣੇ ਬਲ ਨਹੀਂ ਧਾਰਦੇ। ਔਰ ਸਤਿਗੁਰੂ ਜੀ ਦੇ ਬੇਸਰੇ ਦੀ ਦਹਿਸ਼ਤ ਇੰਨੀ ਹੈ ਕਿ ਚੱਕਰਵਾਕ ਜਿਹੜੇ ਚੱਕਵੇ ਹੈ ਉਹ ਵੀ ਕਹਿੰਦੇ ਜਾਂ ਕੀ ਦਹਿਸ਼ਤ ਚਾਰਾ ਚੁਗਤ ਨਾ ਚੱਕਰਵਾਕ। ਉਹ ਚਾਰਾ ਨਹੀਂ ਚੁਗਦੇ, ਭਾਵ ਅੰਨ ਦਾਣਾ ਨਹੀਂ ਚੁਗਦੇ, ਚੱਕਵੇ ਵੀ। ਤੇ ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੇਸਰੇ ਦੀ ਦਹਿਸ਼ਤ ਦਾ ਹੋਰ ਵਰਣਨ ਕਰਦੇ ਆ ਕਵੀ, ਉਹਦੀ ਮਹਿਮਾ ਕਰ ਰਹੇ ਨੇ ਕਿ ਜਿਹੜਾ ਸਤਿਗੁਰੂ ਜੀ ਦੇ ਸੰਗ ਰਹਿਣ ਵਾਲਾ ਇਹ ਸ਼ਿਕਾਰੀ ਪੰਛੀ ਆ ਨਾ, ਕਹਿੰਦੇ ਉਹਦੀ ਦਹਿਸ਼ਤ ਇੰਨੀ ਹੈ ਕਿ ਸਾਰਦੂਲ ਸੁਰਤਰ ਹੈ। ਹੁਣ ਜਿਵੇਂ ਬਾਜਾਂ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ, ਇਸੇ ਪ੍ਰਕਾਰ ਸ਼ੇਰਾਂ ਦੀਆਂ ਵੀ ਵੱਖਰੀਆਂ ਵੱਖਰੀਆਂ ਕਿਸਮਾਂ। ਸ਼ੇਰਾਂ ਦੇ ਵਿੱਚੋਂ ਜਿਹੜਾ ਸਭ ਤੋਂ ਉੱਤਮ ਕਿਸਮ ਦਾ ਸ਼ੇਰ ਹੈ ਉਹਨੂੰ ਸਾਰਦੂਲ ਕਿਹਾ ਜਾਂਦਾ ਹੈ, ਬੱਬਰ ਸ਼ੇਰ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਲਾਇਨ ਕਹਿੰਦੇ ਹਾਂ। ਉਹ ਬੱਬਰ ਸ਼ੇਰ, ਕਿਉਂਕਿ ਸ਼ੇਰਾਂ ਦੀਆਂ ਕਿਸਮਾਂ, ਬਾਘ ਵੀ ਸ਼ੇਰ ਦੀ ਕਿਸਮ ਹੈ। ਇਸੇ ਪ੍ਰਕਾਰ ਇੱਕ ਸ਼ੇਰ ਹੈ, ਇੱਕ ਬੱਬਰ ਸ਼ੇਰ ਹੈ, ਇੱਕ ਕਿਹਰੀ ਸ਼ੇਰ ਹੈ, ਇੱਕ ਨਾਹਰ ਹੈ। ਇਹ ਵੱਖਰੀਆਂ ਵੱਖਰੀਆਂ ਕਿਸਮਾਂ ਸਰੀਰ ਦੀ ਬਣਤਰ ਦੇ ਹਿਸਾਬ ਨਾਲ ਅਤੇ ਬਲ ਦੇ ਹਿਸਾਬ ਦੇ ਨਾਲ। ਜਿਹੜਾ ਆਮ ਸ਼ੇਰ ਹੈ, ਕਿਹਰੀ ਸ਼ੇਰ, ਉਹਦੇ ਵਿੱਚ ਕਹਿੰਦੇ 10 ਅਫਸਰ ਝੋਟੀਆਂ ਜਿੰਨਾ ਬਲ ਹੁੰਦਾ ਹੈ ਅਤੇ 10 ਕਿਹਰੀ ਸ਼ੇਰਾਂ ਜਿੰਨਾ ਬਲ ਜਿਹੜਾ ਉਹ ਇੱਕ ਸਾਰਦੂਲ ਦੇ ਵਿੱਚ, ਬੱਬਰ ਸ਼ੇਰ ਦੇ ਵਿੱਚ ਹੁੰਦਾ ਹੈ। ਇੰਨਾ ਬਲਸ਼ਾਲੀ ਇਹ ਜਾਨਵਰ ਹੈ। ਪਰ ਕਹਿੰਦੇ ਸਤਿਗੁਰੂ ਜੀ ਦੇ ਬੇਸਰੇ ਦੇ ਸਾਹਮਣੇ ਕਹਿੰਦੇ ਜਿਹੜਾ ਇਹ ਸਾਰਦੂਲ ਹੈ ਨਾ, ਇਹ ਵੀ ਭੈ ਖਾਂਦਾ ਹੈ। ਸਤਿਗੁਰੂ ਜੀ ਦੇ ਬੇਸਰੇ ਦੀ ਦਹਿਸ਼ਤ ਇੰਨੀ ਹੈ ਕਿ ਸਾਰਦੂਲ ਸੁਰਤ ਰਹੇ, ਉਹਦੀ ਵੀ ਸੁਰਤ ਜਾਂਦੀ ਰਹਿੰਦੀ ਹੈ, ਉਹਨੂੰ ਵੀ ਕੁਝ ਸਮਝ ਨਹੀਂ ਆਉਂਦਾ ਵੀ ਮੈਂ ਕੀ ਕਰਾਂ। ਔਰ ਇਸੇ ਪ੍ਰਕਾਰ ਜੇ ਇਹਦਾ ਪਾਠ ਆਪਾਂ ਕਰੀਏ, ਸਾਰਦੂਲ ਸੁਰ ਤਰ ਹੈ, ਕਿ ਜਿਹੜਾ ਸਾਰਦੂਲ ਸ਼ੇਰ ਬਹੁਤ ਭਿਅੰਕਰ ਗਰਜਦਾ, ਉਹ ਬਹੁਤ ਭਿਆਨਕ ਉਹਦੀ ਗਰਜ ਹੁੰਦੀ ਹੈ, ਭਬਕ ਮਾਰਦਾ ਹੈ। ਪਰ ਕਹਿੰਦੇ ਸਤਿਗੁਰੂ ਜੀ ਦੇ ਬੇਸਰੇ ਦੀ ਆਵਾਜ਼ ਇੰਨੀ ਹੈ ਕਿ ਸਾਰਦੂਲ ਸੁਰ ਤਰ ਹੈ। ਸਾਰਦੂਲ ਦੀ, ਬੱਬਰ ਸ਼ੇਰ ਦੀ ਜਿਹੜੀ ਸੁਰ ਹੈ, ਬੱਬਰ ਸ਼ੇਰ ਦੀ ਜਿਹੜੀ ਆਵਾਜ਼ ਹੈ ਉਹ ਵੀ ਤਰ ਹੈ, ਉਹ ਵੀ ਨੀਵੀਂ ਪੈ ਜਾਂਦੀ ਹੈ ਉਹਦੇ ਸਾਹਮਣੇ। ਭਾਵ ਬੱਬਰ ਸ਼ੇਰ ਦੀ ਭਵਕ ਵੀ ਮੱਠੀ ਹੈ ਸਤਿਗੁਰੂ ਜੀ ਦੇ ਬੇਸਰੇ ਦੀ ਆਵਾਜ਼ ਦੇ ਸਾਹਮਣੇ। ਫਿਰ ਸਾਰੇ ਹੀ ਜਹਾਨ ਦੇ ਜਿੰਨੇ ਵਿਹੰਗ ਕਹੀਏ ਪੰਛੀ ਹਨ, ਜਿਸ ਸਤਿਗੁਰੂ ਜੀ ਦੇ ਬੇਸਰੇ ਨੇ ਸਾਰੇ ਹੀ ਭੰਗ ਕੀਤੇ, ਨਾਸ਼ ਕਰ ਦਿੱਤੇ। ਜਦੋਂ ਕਹਿੰਦੇ ਇਹ ਕੋਪ ਦੇ ਵਿੱਚ ਆਇਆ ਹੁੰਦਾ, ਗੁੱਸੇ ਵਿੱਚ ਆਇਆ ਹੁੰਦਾ ਸਤਿਗੁਰੂ ਜੀ ਦਾ ਬੇਸਰਾ, ਤੇ ਕਹਿੰਦੇ ਆਵਤ ਕੁਲੰਗ ਪਾਏ ਤਰ ਹੈ। ਜਿਹੜੇ ਕਹਿੰਦੇ ਕੁਲੰਗ ਹੈ, ਕੁਲੰਗ ਨਾਮ ਹੈ ਇੱਲ ਦਾ। ਸੋ ਕਹਿੰਦੇ ਜਿਹੜੀ ਕੁਲੰਗ ਹੈ, ਇੱਲ, ਕੂੰਜ, ਕੂੰਜ ਦਾ ਨਾਮ ਹੈ, ਕੂੰਜ ਜਾਂ ਸਾਰਸ।
ਸਾਰਸ ਜਿਹੜਾ ਲੰਮੀਆਂ ਲੱਤਾਂ ਵਾਲਾ ਜਿਹੜਾ ਪੰਛੀ ਹੁੰਦਾ ਹੈ, ਸੋ ਇਹਨੂੰ ਆਮ ਪੰਜਾਬੀ ਦੇ ਵਿੱਚ ਲੰਮ-ਢੀਂਗ ਵੀ ਕਿਹਾ ਜਾਂਦਾ ਹੈ। ਜਿਹੜਾ ਲੰਮ-ਢੀਂਗ ਪੰਛੀ ਆ ਨਾ, ਕਹਿੰਦੇ ਇਹ ਜਦੋਂ ਸੁਣਦਾ ਹੈ ਵੀ ਸਤਿਗੁਰੂ ਜੀ ਦਾ ਬੇਸਰਾ ਬੜਾ ਕੋਪ ਕੇ ਬੜੇ ਕ੍ਰੋਧ ਦੇ ਵਿੱਚ ਆਇਆ, ਤੇ ਕਹਿੰਦੇ ਕੁਲੰਗ ਪਾਏ ਤਰ ਹੈ। ਕੁਲੰਗ ਜਿਹੜਾ ਆਪਣੇ ਆਪ ਉਹਦੇ ਪੈਰਾਂ ਦੇ ਥੱਲੇ ਆ ਜਾਂਦਾ, ਉਹਦੀ ਸ਼ਰਨ ਵਿੱਚ ਆ ਜਾਂਦਾ ਵੀ ਮੈਨੂੰ ਬਖਸ਼ ਦੇ। ਤੇ ਸਤਿਗੁਰੂ ਜੀ ਦੇ ਬੇਸਰੇ ਦੀ ਹੋਰ ਦਹਿਸ਼ਤ ਕਿੰਨੀ ਹੈ। ਕਵੀ ਜਨ ਕਵਿਤਾ ਦੇ ਵਿੱਚ ਉਹਦੀ ਮਹਿਮਾ ਲਿਖ ਰਹੇ ਆ, ਕਹਿੰਦੇ ਗਰੁੜ ਗਰੂਰ ਤਜਿਓ। ਗਰੁੜ ਜਿਹੜਾ ਭਗਵਾਨ ਵਿਸ਼ਨੂੰ ਦਾ ਵਾਹਨ ਹੈ, ਅਸਵਾਰੀ ਹੈ, ਔਰ ਪੰਛੀਆਂ ਦਾ ਜਿਹਨੂੰ ਰਾਜਾ ਵੀ ਕਿਹਾ ਜਾਂਦਾ ਗਰੁੜ ਨੂੰ। ਕਹਿੰਦੇ ਗਰੁੜ ਗਰੂਰ ਤਜਿਓ। ਗਰੁੜ ਦਾ ਹੰਕਾਰ ਵੀ ਮੱਠਾ ਪੈ ਜਾਂਦਾ। ਗਰੁੜ ਨੇ ਵੀ ਹੰਕਾਰ ਮਾਣ ਛੱਡ ਦਿੱਤਾ ਸਤਿਗੁਰੂ ਜੀ ਦੇ ਬੇਸਰੇ ਨੂੰ ਦੇਖ ਕੇ। ਬਾਜ ਸਭ ਬਾਜ ਆਏ, ਤੇ ਜਿੰਨੇ ਬਾਜ ਹੈ ਉਹ ਵੀ ਕਹਿੰਦੇ ਸਭ ਬਾਜ ਆ ਗਏ। ਜਿਵੇਂ ਆਪਾਂ ਕਹਿੰਦੇ ਵੀ ਤੂੰ ਇਸ ਕੰਮ ਤੋਂ ਬਾਜ ਆ ਜਾ, ਤੂੰ ਆਪਣੀ ਆਹ ਆਦਤ ਤੋਂ ਬਾਜ ਆ ਜਾ, ਭਾਵ ਪਿੱਛੇ ਹਟ ਜਾ, ਛੱਡ ਦੇ ਸਾਥੀ ਨੂੰ। ਕਹਿੰਦੇ ਬਾਜ ਵੀ ਸਾਰੇ ਬਾਜ ਆ ਗਏ, ਪਿਛਾਂ ਹਟ ਗਏ। ਕਹਿੰਦੇ ਜਿਹੜੇ ਜੋਰਾਵਰ ਜੁਰਰੇ ਆ, ਜੁਰੜਾ ਵੀ ਇਹ ਬਾਜ ਦੀ ਹੀ ਇੱਕ ਕਿਸਮ ਹੈ, ਸ਼ਿਕਾਰੀ ਪੰਛੀ। ਕਹਿੰਦੇ ਜਿਹੜੇ ਬੜੇ ਜੋਰਾਵਰ ਜੋਰ ਬਲਸ਼ਾਲੀ ਜਿਹੜੇ ਜੁਰਰੇ ਆ ਨਾ, ਉਹਨਾਂ ਨੇ ਵੀ ਜਦੋਂ ਜਾਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬੇਸਰਾ ਜਿਹੜਾ ਇਹ ਬੜਾ ਹੀ ਬਲਸ਼ਾਲੀ ਹੈ, ਤੇ ਕਹਿੰਦੇ ਜ਼ੇਰ ਆਨ ਹੈ ਭਾਈ। ਕਹਿੰਦੇ ਇਹ ਉਹਦੀ ਆਨ ਸ਼ਰਨ ਦੇ ਵਿੱਚ ਆ ਗਏ, ਉਹਦੇ ਤਾਬੇਦਾਰ ਹੋ ਗਏ ਸਤਿਗੁਰੂ ਜੀ ਦੇ ਬੇਸਰੇ ਦੇ। ਕਹਿੰਦੇ ਜਦੋਂ ਇਹ ਬੇਸਰਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚੋਂ ਸੁਧਾਇਆ, ਹੱਥ ਦੇ ਵਿੱਚੋਂ ਉੱਡ ਕੇ ਗਿਆ ਹੈ, ਤਾਂ ਉਸ ਵੇਲੇ ਮੰਨ ਲਓ ਕਹਿੰਦੇ ਉਸ ਨੂੰ ਛੁੱਟਿਆ ਵੇਖ ਕੇ, ਸਤਿਗੁਰੂ ਜੀ ਦੇ ਹੱਥੋਂ ਉੱਡਿਆ ਵੇਖ ਕੇ ਤੇ ਜਾਣ ਕੇ, ਕਹਿੰਦੇ ਲੱਖਾਂ ਹੀ ਜਿਹੜੇ ਵਿਹੰਗ ਪੰਛੀ ਹੈ ਉਹ ਲੀਨ ਹੋ ਗਏ, ਲੁਪਤ ਹੋ ਗਏ, ਛੁਪ ਗਏ ਕਿਤੇ ਜਾ ਕੇ। ਫਿਰ ਕਹਿੰਦੇ ਉਸ ਪੰਛੀ ਨੇ, ਉਸ ਬੇਸਰੇ ਨੇ ਕਹਿੰਦੇ ਪਹਿਲਾਂ ਆਪਣੇ ਚਰਨਾਂ ਦੇ ਨਾਲ, ਆਪਣੇ ਪੈਰਾਂ ਦੇ ਨਾਲ ਚਪੇਟ ਮਾਰੀ ਇੱਕ ਪੰਛੀ ਦੇ ਪੈਰਾਂ ਦੇ ਨਾਲ, ਕਹਿੰਦੇ ਵਾਰ ਕੀਤਾ ਬਹੁਤ ਜ਼ੋਰ ਦੇ ਨਾਲ, ਧੱਫਾ ਜਾ ਮਾਰਿਆ, ਔਰ ਚਿੰਚ ਚੋਭ ਤੇ ਚਿਮਟ ਚੱਪ। ਫਿਰ ਉਸ ਤੋਂ ਬਾਅਦ ਕਹਿੰਦੇ ਉਹਨੇ ਆਪਣੀ ਚੁੰਝ ਨੂੰ ਚੋਭ ਦਿੱਤਾ, ਚੁੰਝ ਦੇ ਨਾਲ ਚੋਭ ਮਾਰੀ। ਫਿਰ ਕਹਿੰਦੇ ਉਸ ਤੋਂ ਬਾਅਦ ਚਿਮਟ ਚੱਪ, ਇੰਨਾ ਗੁੱਸੇ ਵਿੱਚ, ਚੱਪ ਦੇ ਵਿੱਚ, ਗੁੱਸੇ ਦੇ ਵਿੱਚ ਆਇਆ ਕਿ ਜਾ ਕੇ ਸਿੱਧਾ ਹੀ ਚਿੰਬੜ ਗਿਆ ਉਸ ਪੰਛੀ ਨੂੰ। ਕਹਿੰਦੇ ਉਹ ਪੰਛੀ ਕੀ ਸੀ ਜਿਹਦਾ ਉਹਨੇ ਸ਼ਿਕਾਰ ਕੀਤਾ, ਉਹਦਾ ਨਾਮ ਹੈ ਕੁਲਮੁਰਗ। ਕੁਲਮੁਰਗ, ਕੁਲਮੁਰਗ ਜਿਹੜਾ ਸਾਧ ਸੰਗਤ ਜੀ ਇਹ ਘੋਗੜ ਨੂੰ ਕਹਿੰਦੇ ਹੈ। ਇਹ ਗਿੱਧ ਦਾ ਹੀ ਇੱਕ ਰੂਪ ਹੁੰਦਾ ਹੈ, ਇੱਲ ਵਰਗਾ ਹੀ ਇਹ ਇੱਕ ਪੰਛੀ ਹੁੰਦਾ ਹੈ, ਪਰ ਇਹ ਹੁੰਦਾ ਚਿੱਟੇ ਰੰਗ ਦਾ ਹੈ। ਇਹਨੂੰ ਬੱਗੀ ਇੱਲ ਵੀ ਕਹਿੰਦੇ ਆ ਤੇ ਘੋਗੜ ਵੀ ਕਹਿੰਦੇ ਆ। ਘੋਗੜ ਜਿਹੜਾ ਹੈ ਇਹਦੀ ਮਦੀਨ ਦਾ ਰੰਗ ਕਾਲਾ ਹੁੰਦਾ ਹੈ, ਤੇ ਜਿਹੜਾ ਨਰ ਪੰਛੀ ਹੈ ਉਹ ਹੁੰਦਾ ਚਿੱਟੇ ਰੰਗ ਦਾ, ਇਸ ਕਰਕੇ ਇਹਨੂੰ ਬੱਗੀ ਇੱਲ ਵੀ ਕਹਿ ਦਿੱਤਾ ਜਾਂਦਾ ਹੈ। ਜੇਠ ਹਾੜ ਵਿੱਚ ਇਹ ਦਰਖਤਾਂ 'ਤੇ ਆਲ੍ਹਣੇ ਬਣਾ ਕੇ ਤੇ ਉਹਦੇ ਵਿੱਚ ਇਹ ਆਂਡੇ ਦਿੰਦੀ ਹੈ, ਜਿਹੜੀ ਇਹਦੀ ਮਦੀਨ ਕਾਲੇ ਰੰਗ ਦੀ। ਔਰ ਜਿਹੜਾ ਘੋਗੜ ਹੈ ਇਹਦੀ ਖੁਰਾਕ ਬੜੀ ਮਾੜੀ ਹੈ, ਸਾਰੇ ਨਗਰ ਦੀ ਇਹ ਗੰਦਗੀ ਖਾ ਕੇ ਜੀਵਨ ਨਿਰਵਾਹ ਕਰਦਾ ਘੋਗੜ। ਔਰ ਇਹ ਬੜਾ ਮੌਨ ਵਰਤ ਜਾਂ ਪੰਛੀ ਹੁੰਦਾ, ਬੋਲਦਾ ਨਹੀਂ ਹੁੰਦਾ। ਸਿਰਫ ਇੱਕ ਖਾਸ ਰੁੱਤ ਦੇ ਵਿੱਚ ਹੀ ਜਦੋਂ ਇਹਨਾਂ ਨੇ ਬੱਚੇ ਪੈਦਾ ਕਰਨੇ ਆ, ਅੰਡੇ ਦੇਣੇ ਆ, ਉਦੋਂ ਥੋੜ੍ਹੀ ਜਿਹੀ ਇਹ ਆਵਾਜ਼ ਦਿੰਦਾ ਹੈ, ਨਹੀਂ ਤਾਂ ਘੋਗੜ ਚੁੱਪ-ਚਾਪ ਰਹਿੰਦਾ ਹੈ। ਘੋਗੜ ਵੀ ਕਹਿ ਦਿੰਦੇ ਆ ਇਹਨੂੰ, ਘੁੱਗੂ ਵੀ ਕਹਿ ਦਿੰਦੇ ਆ। ਤੇ ਆਮ ਆਪਣੇ ਪੰਜਾਬੀ ਵਿੱਚ ਇਹ ਅਖਾਣ ਹੈ, ਇੱਕ ਕਹਾਵਤ ਹੈ ਵੀ ਜਿਹੜਾ ਬੰਦਾ ਡੁੰਨ ਵੱਟਾ ਜਿਹਾ ਹੋਵੇ ਨਾ, ਬਹੁਤਾ ਬੋਲਦਾ ਨਾ ਹੋਵੇ, ਉਹਨੂੰ ਆਪਾਂ ਕਹਿੰਦੇ ਵੀ ਇਹ ਤਾਂ ਘੋਗੜ ਜਿਹਾ ਹੀ ਆ, ਬੰਦਾ ਘੁੱਗੂ ਜਿਹਾ ਹੀ ਹੈ, ਘੁੱਗੂ ਵਾਂਗੂ ਚੁੱਪ ਕਰਕੇ ਹੀ ਬੈਠਾ ਰਹਿੰਦਾ। ਸੋ ਕਹਿੰਦੇ ਇਹ ਜਿਹੜਾ ਘੋਗੜ ਹੈ, ਪਹਿਲਾਂ ਤਾਂ ਇਹ ਜਿਹੜਾ ਘੋਗੜ ਆ ਨਾ, ਇਹਦਾ ਰੰਗ ਹੁੰਦਾ ਚਿੱਟਾ, ਤੇ ਸਿਰ ਇਹਦਾ ਬਿਲਕੁਲ ਘੋਨਾ ਹੁੰਦਾ, ਗੰਜਾ ਹੁੰਦਾ, ਸਿਰ 'ਤੇ ਵਾਲ ਨਹੀਂ ਹੁੰਦੇ, ਲਾਲ ਰੰਗ ਦਾ ਸਿਰ ਹੁੰਦਾ ਇਹਦਾ, ਚਮੜੀ ਦਿਖਾਈ ਦਿੰਦੀ ਹੁੰਦੀ ਆ ਲਾਲ ਲਾਲ।
ਸੋ ਸਤਿਗੁਰੂ ਜੀ ਦੇ ਬੇਸਰੇ ਨੇ ਕਹਿੰਦੇ ਪਹਿਲਾਂ ਤਾਂ ਪੈਰਾਂ ਦੇ ਨਾਲ, ਆਪਣੇ ਪੰਜਿਆਂ ਦੇ ਨਾਲ ਇਹਦੇ ਉੱਤੇ ਝਪਟਾ ਮਾਰਿਆ, ਚਪੇਟ ਮਾਰੀ ਹੈ। ਉਸ ਤੋਂ ਬਾਅਦ ਚੁੰਝ ਦੀ ਚੋਭ ਦਿੱਤੀ ਹੈ ਤੇ ਫਿਰ ਕਹਿੰਦੇ ਇਹਨੂੰ ਗੁੱਸੇ ਵਿੱਚ ਆ ਕੇ ਇੱਕਦਮ ਚਿੰਬੜ ਗਿਆ। ਚਿੰਬੜ ਕੇ ਕਹਿੰਦੇ ਮਾਰਿਓ ਕੁਲ ਮੁਰਗ, ਮਾਰ ਦਿੱਤਾ ਹੈ ਇਸ ਕੁਲ ਮੁਰਗ ਨੂੰ, ਇਸ ਘੋਗੜ ਨੂੰ, ਇਹਦਾ ਸ਼ਿਕਾਰ ਕਰ ਲਿਆ, ਇਹਨੂੰ ਮਾਰ ਦਿੱਤਾ। ਜਦੋਂ ਮਾਰਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਸਾਡੇ ਬੇਸਰੇ ਨੇ ਸ਼ਿਕਾਰ ਕੀਤਾ, ਕਲੋਲ ਜੀ ਮੈਂ ਭਏ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਹਿਰਦੇ ਵਿੱਚ ਬੜੇ ਪ੍ਰਸੰਨ ਹੋਏ ਇਹ ਦੇਖ ਕੇ। ਕਹਿੰਦੇ ਤਾਂ ਹੀ ਖਿਨ, ਉਸੇ ਸਮੇਂ, ਸਮਾਂ ਨਹੀਂ ਲਾਇਆ, ਜਦੋਂ ਸਤਿਗੁਰੂ ਜੀ ਪ੍ਰਸੰਨ ਹੋ ਗਏ ਨਾ ਵੀ ਸਾਡੇ ਬੇਸਰੇ ਨੇ ਸ਼ਿਕਾਰ ਕੀਤਾ, ਉਸੇ ਪਲ ਹੀ ਕਹਿੰਦੇ ਤਿੱਖੇ ਤੇਜ ਤਰਲ ਤੁਰੰਗ ਕੇਤੇ, ਜਿਹੜੇ ਬੜੇ ਤਿੱਖੇ ਤੇਜ, ਬੜੇ ਤੇਜ ਤਰਾਰ, ਬੜੀ ਤਿੱਖੇ ਵੇਗ ਵਾਲੇ, ਤੇਜ ਦੌੜਨ ਵਾਲੇ ਜਿਹੜੇ ਬਹੁਤ ਸੁੰਦਰ ਤੁਰੰਗ ਘੋੜੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੌਜ ਵਿੱਚ ਆ ਕੇ, ਪ੍ਰਸੰਨਤਾ ਦੇ ਘਰ ਵਿੱਚ ਆ ਕੇ ਉਹ ਕਹਿੰਦੇ ਘੋੜੇ ਮੰਗਵਾ ਲਏ, ਜਿਹੜੇ ਘੋੜੇ ਬੜੇ ਹੀ ਮੋਲ, ਮਹਿੰਗੇ ਮੁੱਲ ਵਾਲੇ ਸਨ। ਤੇ ਮਹਾਬਾਹੂ ਤੈਂ ਦਏ, ਕਵੀ ਜੀ ਕਹਿ ਰਹੇ ਆ, ਹੇ ਮਹਾਬਾਹੂ, ਮਹਾਨ ਬਾਹਾਂ ਵਾਲੇ, ਹੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ, ਉਹ ਤੁਸਾਂ ਨੇ ਉੱਥੇ ਲੋਕਾਂ ਨੂੰ ਦਾਨ ਵਿੱਚ ਦਿੱਤੇ। ਦੇਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੌਤਕ ਹੀ ਆ ਨਾ, ਕਿਤੇ ਤਾਂ ਮੈਦਾਨੇ ਜੰਗ ਵਿੱਚ ਪੁੱਤਰਾਂ ਨੂੰ ਹੱਥੀਂ ਤੋਰਦੇ ਆ, ਸਾਹਿਬਜ਼ਾਦੇ ਅੱਖਾਂ ਸਾਹਮਣੇ ਸ਼ਹੀਦ ਹੋ ਰਹੇ ਆ, ਉੱਥੇ ਖੁਸ਼ੀ ਦੇ ਜਕਾਰੇ ਛੱਡ ਰਹੇ ਆ। ਇੱਕ ਸਤਿਗੁਰੂ ਦੇ ਰੱਖੇ ਹੋਏ ਪੰਛੀ ਨੇ ਸ਼ਿਕਾਰ ਕੀਤਾ ਹੈ ਤੇ ਉਹਦੇ ਸ਼ਿਕਾਰ ਕੀਤੇ ਤੋਂ ਇੰਨੇ ਪ੍ਰਸੰਨ ਹੋ ਗਏ, ਲੋਕਾਂ ਨੂੰ ਬਹੁ ਮੁੱਲੇ ਘੋੜੇ ਹੀ ਦਾਨ ਕਰ ਦਿੱਤੇ ਸਤਿਗੁਰੂ ਜੀ ਨੇ। ਇਹ ਸਤਿਗੁਰ ਸੱਚੇ ਪਾਤਸ਼ਾਹ ਨੂੰ ਤਾਂ ਹੀ ਆਪਾਂ ਚੋਜੀ ਪ੍ਰੀਤਮ ਕਹਿੰਦੇ ਆ। ਸਤਿਗੁਰ ਸੱਚੇ ਪਾਤਸ਼ਾਹ ਚੋਜ ਕੌਤਕ ਹੀ ਐਸੇ ਕਰਦੇ ਸਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁ ਮੁੱਲੇ ਘੋੜੇ ਮੰਗਾ ਕੇ ਉੱਥੇ ਜਿਹੜੇ ਹਾਜ਼ਰ ਲੋਕ ਸਨ ਉਹਨਾਂ ਨੂੰ ਦਾਨ ਵਜੋਂ ਦੇ ਦਿੱਤੇ। ਮੋਲ ਮਹਾਬਾਹੂ ਤੈਂ ਦਏ, ਹੇ ਮਹਾਬਾਹੂ, ਮਹਾਨ ਭੁਜਾਵਾਂ ਵਾਲੇ, ਲੰਮੀਆਂ ਬਾਹਾਂ ਵਾਲੇ। ਮਹਾਬਾਹੂ ਕਹਿੰਦੇ ਆ ਜਾਨ ਬਾਹੋ, ਜਿਹੜਾ ਪੰਜਾਬ ਸਾਹਿਬ ਵਿੱਚ ਵੀ ਪੜ੍ਹਦੇ ਆ ਨਾ, ਆ ਜਾਨ ਬਾਹੋ ਸਾਹਾਨ ਸਾਹੋ। ਆ ਜਾਨ, ਅਜਾਨ ਨਾਮ ਹੈ ਗੋਡਿਆਂ ਦਾ, ਜਿਸ ਦੀਆਂ ਬਾਹਾਂ ਇੰਨੀਆਂ ਲੰਮੀਆਂ ਹੋਣ ਵੀ ਗੋਡਿਆਂ ਤੱਕ ਜਾਂਦੀਆਂ ਹੋਣ, ਔਰ ਜਿਸ ਪੁਰਸ਼ ਦੀਆਂ ਬਾਹਾਂ ਬਹੁਤ ਲੰਮੀਆਂ ਹੋਣ ਉਹਨੂੰ ਅਵਤਾਰੀ ਪੁਰਸ਼ ਜਾਂ ਚੱਕਰਵਰਤੀ ਰਾਜਾ ਮੰਨਿਆ ਜਾਂਦਾ ਹੈ। ਕਿ ਕੋਈ ਅਵਤਾਰੀ ਪੁਰਸ਼ਾਂ ਦੇ ਜਾਂ ਚੱਕਰਵਰਤੀ ਰਾਜਿਆਂ ਦੇ, ਸੰਤ ਮਹਾਂਪੁਰਖਾਂ ਦੀਆਂ ਜਿਹੜੀਆਂ ਇਹ ਬਾਹਾਂ ਬਹੁਤ ਲੰਬੀਆਂ ਹੁੰਦੀਆਂ। ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਦਮਦਮੀ ਟਕਸਾਲ ਦੇ 14ਵੇਂ ਮੁਖੀ, ਜਿਨ੍ਹਾਂ ਨੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਆ, ਉਹ ਦੱਸਦੇ ਆ ਕਿ ਮਹਾਂਪੁਰਖਾਂ ਦੀਆਂ ਬਾਹਾਂ ਬਹੁਤ ਲੰਮੀਆਂ ਸਨ। ਔਰ ਇਸੇ ਪ੍ਰਕਾਰ ਉਹਨਾਂ ਦੇ ਚਰਨਾਂ ਵਿੱਚ ਪਦਮ ਦਾ ਵੀ ਚਿੰਨ੍ਹ ਸੀ। ਜਿਸ ਦਿਨ 2 ਜੂਨ ਨੂੰ ਮਹਾਂਪੁਰਖਾਂ ਦਾ ਜਨਮ ਦਿਨ ਸੀ, ਉਸ ਦਿਨ ਆਪਾਂ ਇਹ ਬਹੁਤ ਵਿਸਥਾਰ ਦੇ ਵਿੱਚ ਵਿਚਾਰਿਆ ਸੀ ਕਿ ਕਿਵੇਂ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਮਹਾਂਪੁਰਖਾਂ ਦੇ ਪਿਤਾ ਜੀ, ਉਹਨਾਂ ਨੇ ਮਹਾਂਪੁਰਖਾਂ ਦੇ ਚਰਨ ਦੇ ਵਿੱਚ ਪਦਮ ਦੇਖਿਆ ਸੀ। ਸੋ ਕਾਫੀ ਦੇਰ ਤੱਕ ਪੈਰ ਨੂੰ ਫੜ ਕੇ ਦੇਖਦੇ ਨਿਹਾਰਦੇ ਰਹੇ ਸਨ। ਸੋ ਇਹ ਜਿਹੜਾ ਪਦਮ ਦਾ ਚਿੰਨ੍ਹ, ਤਾਰੇ ਵਰਗਾ ਚਿੰਨ੍ਹ ਔਰ ਲੰਮੀਆਂ ਬਾਹਾਂ ਹੋਣੀਆਂ, ਇਹ ਕੋਈ ਅਵਤਾਰੀ ਪੁਰਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹ ਤਾਂ ਖੁਦ ਖੁਦਾ ਸਨ, ਉਹਨਾਂ ਦੀਆਂ ਬਾਹਾਂ ਬਹੁਤ ਲੰਮੀਆਂ ਸਨ। ਇਸ ਕਰਕੇ ਉਹਨਾਂ ਨੂੰ ਆਪਾਂ ਆ ਜਾਨ ਬਾਹੋ ਵੀ ਕਹਿੰਦੇ। ਅਕਾਲ ਪੁਰਖ ਦਾ ਜਿੱਥੇ ਵਰਣਨ ਕੀਤਾ ਹੈ, ਉੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਲੰਮੀਆਂ ਬਾਹਾਂ ਵਾਲੇ ਕਿਹਾ। ਅਕਾਲ ਪੁਰਖ ਨੂੰ ਆ ਜਾਨ ਬਾਹੋ ਸਾਹਨ ਸਾਹੋ, ਆ ਜਾਨ ਬਾਹੋ ਮਹਾਬਾਹੋ, ਬਹੁਤ ਭਾਰੀ ਬਲ ਵਾਲੇ, ਮਹਾਨ ਲੰਮੀਆਂ ਬਾਹਾਂ ਵਾਲੇ ਸਤਿਗੁਰੂ ਜੀ ਆਪ ਜੀ ਨੇ ਇਸ ਪ੍ਰਸੰਨਤਾ ਦੇ ਵਿੱਚ ਆ ਕੇ ਬਹੁ ਮੁੱਲੇ ਘੋੜੇ ਦਾਨ ਕਰ ਦਿੱਤੇ। ਕਹਿੰਦੇ ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਨੂੰ ਚੜ੍ਹਦੇ ਸਨ ਨਾ, ਕਵੀ ਨੇ ਹੁਣ ਇਹ ਸਤਿਗੁਰੂ ਜੀ ਦੇ ਸ਼ਿਕਾਰ 'ਤੇ ਚੜ੍ਹਨ ਦੀ ਮਹਿਮਾ, ਪਹਿਲਾਂ ਜਾਨਵਰ ਦੀ ਮਹਿਮਾ ਦੱਸੀ ਹੈ, ਪੰਛੀ ਦੀ ਮਹਿਮਾ ਦੱਸੀ ਹੈ, ਸਤਿਗੁਰੂ ਦਾ ਸ਼ਿਕਾਰੀ ਪੰਛੀ।
ਹੁਣ ਪੰਛੀ ਤਾਂ ਹੋਰ ਵੀ ਬਹੁਤ ਹੈ, ਪਰ ਉਹ ਪੰਛੀ ਦੀ ਮਹਿਮਾ ਕਿਉਂ ਕਹੀ? ਕਿਉਂਕਿ ਉਹ ਗੁਰੂ ਕੀ ਸੰਗਤ ਵਿੱਚ ਰਹਿੰਦਾ ਸੀ। ਔਰ ਗੁਰੂ ਕੀ ਸੰਗਤ ਵਿੱਚ ਚਾਹੇ ਕੋਈ ਪੁਰਸ਼ ਆ ਜਾਏ, ਕੋਈ ਪੰਛੀ ਆ ਜਾਏ, ਜਾਨਵਰ ਆ ਜਾਏ, ਚਾਹੇ ਕੋਈ ਨਿਰਜੀਵ ਵਸਤੂ ਆ ਜਾਏ, ਉਹ ਸਿੱਖਾਂ ਵਾਸਤੇ ਪੂਜਣਯੋਗ ਹੈ। ਜਿਵੇਂ ਪੋਲ ਤਾਂ ਬਾਹਰ ਆ, ਸਟਰੀਟ ਲਾਈਟਾਂ 'ਤੇ ਵੀ ਬਹੁਤ ਲੱਗੇ ਹੁੰਦੇ ਆ, ਪਰ ਉਹਨਾਂ ਨੂੰ ਤਾਂ ਆਪਾਂ ਨਿਸ਼ਾਨ ਸਾਹਿਬ ਨਹੀਂ ਕਹਿੰਦੇ ਨਾ। ਜਿਹੜਾ ਪੋਲ ਗੁਰੂ ਘਰ ਵਿੱਚ ਲੱਗ ਗਿਆ ਉਹਨੂੰ ਆਪਾਂ ਸ਼ਰਧਾ ਨਾਲ ਸੀਸ ਝੁਕਾਉਂਦੇ ਹਾਂ, ਮੱਥਾ ਵੀ ਟੇਕਦੇ ਹਾਂ ਅਤੇ ਨਿਸ਼ਾਨ ਸਾਹਿਬ ਕਹਿ ਕੇ ਆਪਾਂ ਸਤਿਕਾਰ ਕਰਦੇ ਹਾਂ। ਫਰਨੀਚਰ ਸਾਡੇ ਘਰਾਂ ਵਿੱਚ ਬਹੁਤ ਹੁੰਦਾ, ਮੰਜੇ, ਪੀੜ੍ਹੀਆਂ, ਕੁਰਸੀਆਂ, ਮੇਜ਼ ਬਹੁਤ ਪਿਆ ਹੁੰਦਾ ਹੈ। ਕਦੇ ਘਰ ਵਾਲੇ ਮੇਜ਼ ਨੂੰ ਮੇਜ਼ ਸਾਹਿਬ ਕਿਹਾ, ਘਰ ਵਾਲੀ ਪੀੜ੍ਹੀ ਨੂੰ ਪੀੜ੍ਹੀ ਸਾਹਿਬ ਕਿਹਾ, ਘਰ ਵਾਲੇ ਬੈੱਡ ਨੂੰ ਬੈੱਡ ਸਾਹਿਬ ਕਿਹਾ, ਘਰ 'ਚ ਜਿਹੜਾ ਪਲੰਘਾ ਮੰਜਾ ਹੁੰਦਾ ਉਹਨੂੰ ਪਲੰਘਾ ਸਾਹਿਬ, ਮੰਜਾ ਸਾਹਿਬ ਕਿਹਾ। ਪਰ ਜਿਹੜਾ ਗੁਰੂ ਨਾਲ ਜੁੜ ਗਿਆ, ਗੁਰੂ ਦੀ ਸੇਵਾ ਦੇ ਵਿੱਚ ਆ ਗਿਆ, ਉਹਨੂੰ ਆਪਾਂ ਮੰਜੀ ਸਾਹਿਬ ਕਹਿੰਦੇ, ਉਹਨੂੰ ਪਲੰਘਾ ਸਾਹਿਬ ਕਹਿੰਦੇ। ਆਇਆ ਤਾਂ ਇੱਕੋ ਹੀ ਫਰਨੀਚਰ ਹਾਊਸ ਤੋਂ ਹੁੰਦਾ ਨਾ, ਉੱਥੇ ਹੀ ਬਣਿਆ ਹੁੰਦਾ, ਪਰ ਜਿਹੜਾ ਗੁਰੂ ਨਾਲ ਜੁੜ ਗਿਆ ਉਹ ਸਾਹਿਬ ਦਾ ਰੂਪ ਹੋ ਗਿਆ, ਸਤਿਕਾਰਯੋਗ ਹੋ ਗਿਆ। ਇਸੇ ਪ੍ਰਕਾਰ ਆਪਾਂ ਮਹਿੰਗੇ ਤੋਂ ਮਹਿੰਗੇ ਕੱਪੜੇ ਪਾ ਲਈਏ, ਆਪਾਂ ਕਦੇ ਨਹੀਂ ਕਹਿੰਦੇ ਵੀ ਮੈਂ ਪੈਂਟ ਸਾਹਿਬ ਪਾਈ ਹੈ, ਕਦੇ ਨਹੀਂ ਕਹਿੰਦੇ ਮੈਂ ਕਮੀਜ਼ ਸਾਹਿਬ ਪਾਈ ਹੈ, ਕਦੇ ਕਿਸੇ ਨੇ ਕਿਹਾ ਮੇਰੇ ਕੁੜਤਾ ਸਾਹਿਬ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਵਸਤਰ ਅਰਪਣ ਕਰ ਦਿੱਤਾ, ਸਤਿਗੁਰੂ ਜੀ ਦੇ ਅੰਗ ਲੱਗ ਗਿਆ, ਉਹ ਖਾਲਸਾ ਜੀ ਰੁਮਾਲਾ ਸਾਹਿਬ ਬਣ ਗਿਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੈ ਨਾ। ਇਸੇ ਪ੍ਰਕਾਰ ਬਾਜ ਤਾਂ ਹੋਰ ਵੀ ਬਹੁਤ ਸਨ, ਬੇਸਰੇ ਹੋਰ ਬਹੁਤ ਤੁਰੇ ਫਿਰਦੇ ਸਨ, ਪਰ ਜਿਹੜਾ ਬੇਸਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆ ਕੇ ਅਰਕ ਦੇ ਉੱਤੇ, ਹੱਥ ਦੇ ਉੱਤੇ ਬੈਠਾ, ਉਹਦੀ ਮਹਿਮਾ ਕਵੀ ਨੇ ਦੇਖੋ ਕਿੰਨੇ ਅਲੰਕਾਰ ਬੰਨ੍ਹ ਕੇ ਕੀਤੀ ਹੈ, ਕਿਵੇਂ ਸਾਰੇ ਪੰਛੀਆਂ ਤੋਂ ਉਹਨੂੰ ਸਰਬੋਤਮ ਬਣਾ ਦਿੱਤਾ, ਕਵਿਤਾ ਦੇ ਵਿੱਚ ਉਹਦੀ ਮਹਿਮਾ ਗਾਈ ਹੈ। ਇਸ ਕਰਕੇ ਜਿਹੜੀ ਚੀਜ਼ ਸਤਿਗੁਰੂ ਜੀ ਦੇ ਨਾਲ ਜੁੜ ਜਾਂਦੀ ਹੈ ਨਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਸਤਿਗੁਰੂ ਨੂੰ ਪੂਜਿਆ, ਸਤਿਗੁਰੂ ਦੀ ਸੇਵਾ ਵਿੱਚ ਆਏ, ਉਹਨਾਂ ਦੀ ਵੀ ਪੂਜਾ ਹੋਣ ਲੱਗ ਪੈਂਦੀ ਹੈ। ਇਸੇ ਕਰਕੇ ਚੌਰ ਸਾਹਿਬ ਆਪਾਂ ਕਹਿੰਦੇ ਹਾਂ, ਹਰੇਕ ਚੀਜ਼ ਜਿਹੜੀ ਸਾਹਿਬ ਨਾਲ ਜੁੜ ਗਈ ਉਹਦੇ ਨਾਲ, ਨਾਮ ਦੇ ਨਾਲ ਸਾਹਿਬ ਲੱਗ ਜਾਂਦਾ, ਉਹ ਪੂਜਣਯੋਗ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਘਰਾਂ ਦੇ ਵਿੱਚ ਆਪਾਂ ਬਹੁਤ ਕੁਝ ਖਾਣ ਪੀਣ ਵਾਲੇ ਪਦਾਰਥ ਬਣਾਉਂਦੇ ਹਾਂ। ਕਿਸੇ ਚੀਜ਼ ਨੂੰ ਆਪਾਂ ਪ੍ਰਸ਼ਾਦ ਨਹੀਂ ਕਹਿੰਦੇ। ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਆਪਾਂ 3 ਮੇਲ ਦਾ ਕੜਾਹ ਬਣਾ ਕੇ ਲਿਆਂਦਾ, ਜਿਉਂ ਸਤਿਗੁਰੂ ਜੀ ਨੇ ਉਹਨੂੰ ਭੋਗ ਲਾਇਆ ਕਿਰਪਾਨ ਦੇ ਨਾਲ, ਨਾਲ ਦੀ ਨਾਲ ਉਹ ਕੜਾਹ ਪ੍ਰਸ਼ਾਦ ਹੋ ਗਿਆ। ਘਰ ਵਿੱਚ ਬਣਾਉਂਦੇ ਆ ਜਿਹੜਾ ਉਹ ਕੜਾਹ ਹੀ ਹੁੰਦਾ ਤਾਂ ਇਹ ਵੀ ਕੜਾਹ ਹੈ, ਪਰ ਸਤਿਗੁਰੂ ਜੀ ਦੀ ਉਹਦੇ ਵਿੱਚ ਨਜ਼ਰ ਪੈ ਗਈ, ਕਿਰਪਾ ਆ ਗਈ, ਸਤਿਗੁਰੂ ਜੀ ਦੇ ਰਸ ਨਹੀਂ ਲਾਇਕ ਹੋ ਗਿਆ, ਇਸ ਕਰਕੇ ਉਹ ਕੜਾਹ ਪ੍ਰਸ਼ਾਦ ਹੈ। ਖੈਰ ਅੱਜ ਕੱਲ੍ਹ ਤਾਂ ਇਹ ਮਰਿਆਦਾ ਬਹੁਤ ਘਟਦੀ ਜਾ ਰਹੀ ਹੈ। ਪੁਰਾਤਨ ਸਮੇਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਕਰਨੀ, ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦਿਆਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਨਾਲ ਦੇਗ ਬਣਾਉਣ ਵਾਲੇ ਨੇ ਕਰਨਾ, ਐਨ ਸਾਫ ਸਫਾਈ ਨਾਲ ਪਹਿਲਾਂ ਬਸਤਰ ਸਾਫ, ਬਰਤਨ ਸਾਫ ਕਰਨੇ, ਉਹ ਜਗ੍ਹਾ ਸਾਫ ਕਰਨੀ, ਫਿਰ ਉਹ ਕੜਾਹ ਪ੍ਰਸ਼ਾਦ ਦੀ ਦੇਗ ਸੁਚਮ ਦੇ ਨਾਲ ਬਣਾਉਣੀ, ਨਾਲ ਜਪਜੀ ਸਾਹਿਬ ਦਾ ਪਾਠ ਕਰਨਾ, ਫਿਰ ਹਜ਼ੂਰੀ ਵਿੱਚ ਦੇਗ ਲਿਆ ਕੇ ਸੰਪੂਰਨ ਆਨੰਦ ਸਾਹਿਬ ਦਾ ਪਾਠ 40 ਪੌੜੀਆਂ ਕਰਨਾ। ਹੁਣ ਤਾਂ ਆਪਾਂ ਸ਼ਾਰਟਕੱਟ ਵਾਲੇ ਪਾਸੇ ਚੱਲ ਪਏ ਨਾ, ਜਿਵੇਂ ਬਾਕੀ ਚੀਜ਼ਾਂ 'ਚ ਸ਼ਾਰਟਕੱਟ ਹੋਵੇ, ਧਰਮ ਵਾਲੇ ਪਾਸੇ ਵੀ ਸ਼ਾਰਟਕੱਟ, ਵੀ 6 ਪੌੜੀਆਂ ਨਾਲ ਹੀ ਸਾਰ ਦਿਓ। ਅਤੇ ਜਪਜੀ ਸਾਹਿਬ ਪੜ੍ਹਨਾ, ਦੇਗ ਦੀ ਮਰਿਆਦਾ ਬਣਾਉਣੀ, ਇਹ ਵੀ ਬਹੁਤ ਘੱਟ ਜਿਹੜੇ ਸੰਪਰਦਾਵਾਂ ਵਿਦਿਆਲਿਆਂ ਦੇ ਵਿੱਚ ਕੋਈ ਗੁਰਮੁਖ ਪਿਆਰੇ ਰਹੇ ਹੈ ਉਹਨਾਂ ਨੂੰ ਪਤਾ ਹੈ, ਜਥਿਆਂ ਦੇ ਵਿੱਚ ਜਿਹੜੇ ਰਹੇ ਹੈ। ਅਤੇ ਨਹੀਂ ਤਾਂ ਜਿਹੜੇ ਆਮ ਕੋਈ ਸਿੱਧੇ ਹੀ ਡਾਇਰੈਕਟ ਹੀ ਗ੍ਰੰਥੀ ਬਣੇ ਹੁੰਦੇ ਆ, ਮੈਂ ਡਾਇਰੈਕਟ ਸ਼ਬਦ ਵਰਤਾਂ, ਅਤੇ ਉਹਨਾਂ ਨੂੰ ਫਿਰ ਇਹ ਮਰਿਆਦਾ ਦਾ ਬਹੁਤਾ ਪਤਾ ਨਹੀਂ ਹੁੰਦਾ। ਔਰ ਦੂਜਾ ਜਿਹੜਾ ਹੁਣ ਸ਼ਬਦ ਬਹੁਤਾ ਪ੍ਰਚਲਿਤ ਹੋ ਗਿਆ, ਦਰ ਪ੍ਰਵਾਨ ਹੋਵੇ। ਪੁਰਾਤਨ ਮਰਿਆਦਾ ਦੇ ਵਿੱਚ ਇਹੀ ਆ, ਸਾਰੀਆਂ ਸੰਪਰਦਾਵਾਂ ਦੇ ਵਿੱਚ ਆਪ ਜੀ ਕੋ ਭੋਗ ਲੱਗੇ ਜਾਂ ਆਪ ਭੋਗ ਲਾਵੋ ਜੀ, ਇਹ ਸ਼ਬਦ ਵਰਤਦੇ ਸਨ ਔਰ ਭਾਵਨਾ ਨਾਲ ਸ਼ਬਦ ਪੜ੍ਹਦੇ ਸਨ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਤੇ ਅੱਜ ਕੱਲ੍ਹ ਕਹਿੰਦੇ ਜੀ ਨਹੀਂ, ਦਰ ਪ੍ਰਵਾਨ ਹੋਵੇ ਕਹਿਣਾ ਚਾਹੀਦਾ। ਦੇਖੋ, ਦਰ ਪ੍ਰਵਾਨ ਵਸਤੂ ਉਹ ਹੁੰਦੀ ਹੈ ਵੀ ਆਪਾਂ ਕਿਸੇ ਅੱਗੇ ਕੋਈ ਵਸਤੂ ਲਿਜਾ ਕੇ ਰੱਖ ਦਈਏ, ਆਪਾਂ ਉਹਨੂੰ ਕਹਿ ਦਈਏ ਵੀ ਇਹਨੂੰ ਤੂੰ ਪ੍ਰਵਾਨ ਕਰ ਲੈ, ਆਪਣੇ ਕੋਲ ਰੱਖ ਲੈ, ਪਰ ਇਹਨੂੰ ਯੂਜ਼ ਨਹੀਂ ਕਰਨਾ, ਇਹਨੂੰ ਵਰਤੋਂ ਦੇ ਵਿੱਚ ਨਹੀਂ ਲਿਆਉਣਾ।
ਵੀ ਪ੍ਰਵਾਨ ਕਰ ਲੈ ਪਰ ਇਹਨੂੰ ਵਰਤੀ ਨਾ। ਤੇ ਇਸੇ ਤਰ੍ਹਾਂ ਫਿਰ ਜਦੋਂ ਆਪਾਂ ਕਹਿੰਦੇ ਵੀ ਦਰ ਪ੍ਰਵਾਨ, ਤੇ ਇਹਦਾ ਮਤਲਬ ਇਹ ਹੋਇਆ ਵੀ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਮਹਾਰਾਜ ਸੱਚੇ ਪਾਤਸ਼ਾਹ ਪ੍ਰਵਾਨ ਤੁਸੀਂ ਕਰ ਲਿਓ ਤੇ ਛਕਾਂਗੇ ਅਸੀਂ, ਤੁਸੀਂ ਖਾਇਓ ਨਾ, ਤੁਸੀਂ ਨਾ ਛਕਿਓ। ਸੋ ਅਸਲ ਸ਼ਬਦ ਆ ਜਿਹੜਾ ਪੁਰਾਤਨ ਮਰਿਆਦਾ ਦਾ, ਉਹ ਜਿਹੜਾ ਆਪ ਜੀ ਕੋ ਭੋਗ ਲੱਗੇ ਹੀ ਹੈ, ਆਪ ਭੋਗ ਲਾਵੋ ਜੀ, ਇਹ ਸ਼ਬਦ ਹੀ ਕਹਿਣਾ ਚਾਹੀਦਾ। ਇੱਕ ਵਾਰ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸੰਪਰਦਾ ਦੇ ਕੋਈ ਮਹਾਂਪੁਰਖ ਸਿੰਘ ਕਥਾ ਕਰਦੇ ਸਨ, ਤੇ ਉੱਥੇ ਉਹਨਾਂ ਦਾ ਥੋੜ੍ਹਾ ਜਿਹਾ ਇਸ ਮਰਿਆਦਾ ਨੂੰ ਲੈ ਕੇ ਹੋ ਗਿਆ ਝਗੜਾ। ਹੈ ਸੀ ਭਾਵਨਾ ਵਾਲਾ ਗੁਰਸਿੱਖ ਕਥਾਵਾਚਕ ਸਿੰਘ, ਔਰ ਉਹਨਾਂ ਨੇ ਜਦੋਂ ਇਸ ਗੱਲ 'ਤੇ ਝਗੜਾ ਹੋ ਗਿਆ ਨਾ ਵੀ ਦਰ ਪ੍ਰਵਾਨ ਹੋਵੇ ਕਹਿਣਾ ਹੈ ਜਾਂ ਭੋਗ ਲੱਗੇ, ਤਾਂ ਉਹ ਕਹਿਣ ਲੱਗੇ ਵੀ ਦੇਖੋ ਮੈਂ ਬਣਾਉਂਗਾ ਕੜਾਹ ਪ੍ਰਸ਼ਾਦ ਦੀ ਦੇਗ ਪੂਰੀ ਮਰਿਆਦਾ ਦੇ ਨਾਲ। ਭਾਵਨਾ ਸੀ ਗੁਰੂ ਦੇ ਉੱਤੇ ਪੂਰੀ ਮਰਿਆਦਾ ਸਹਿਤ ਕੜਾਹ ਪ੍ਰਸ਼ਾਦ ਦੀ ਦੇਗ ਜਦੋਂ ਮੈਂ ਸਜਾ ਦਿੱਤੀ, ਉਸ ਤੋਂ ਬਾਅਦ ਕਹਿੰਦਾ ਤੁਸੀਂ ਇਹਦਾ ਵਜ਼ਨ ਤੋਲ ਲਿਓ, ਦੇਗ ਦਾ ਵਜ਼ਨ ਕਿੰਨਾ ਹੈ। ਫਿਰ ਕਹਿੰਦਾ ਮੈਂ ਅਰਦਾਸ ਕਰਾਂਗਾ, ਅਰਦਾਸ ਤੋਂ ਬਾਅਦ ਜਦੋਂ ਕਿਰਪਾਨ ਭੇਟ ਕਰਕੇ ਮੈਂ ਕਹਾਂਗਾ ਕਿ ਆਪ ਜੀ ਕੋ ਭੋਗ ਲੱਗੇ, ਸ਼ੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਵੀ ਛਕੇ ਆਪ ਜੀ ਦਾ ਪਰਮ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਕਲਾ ਆਪ ਜੀ ਕੀ ਵਰਤੇ। ਅਰਦਾਸ ਤੋਂ ਬਾਅਦ ਕਹਿੰਦੇ ਦੁਬਾਰਾ ਤੋਲ ਲਿਓ, ਜੇ ਤਾਂ ਕਹਿੰਦੇ ਸਤਿਗੁਰੂ ਜੀ ਨੇ ਛਕ ਲਿਆ ਤਾਂ ਇਹਦਾ ਕਹਿੰਦੇ ਵਜ਼ਨ ਘਟ ਜਾਏਗਾ, ਜੇ ਸਤਿਗੁਰੂ ਜੀ ਭੋਗ ਲਾਉਂਦੇ ਹੋਏ ਤਾਂ। ਤੇ ਜੇ ਤੁਸੀਂ ਕਹਿੰਦੇ ਵੀ ਦਰ ਪ੍ਰਵਾਨ ਹੋਵੇ ਸਤਿਗੁਰੂ ਨਹੀਂ ਛਕਦੇ, ਕਿਉਂਕਿ ਦਰ ਪ੍ਰਵਾਨ ਵਾਲੇ ਤਾਂ ਹੀ ਕਹਿੰਦੇ ਨੇ ਵੀ ਉਹ ਮੰਨਦੇ ਆ ਵੀ ਸਤਿਗੁਰੂ ਕਿਹੜਾ ਕੁਝ ਛਕਦੇ ਆ। ਤੇ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਜਗ੍ਹਾ ਜਗ੍ਹਾ ਤੋਂ ਨਹੀਂ ਛਕਦੇ, ਭਾਵਨਾ ਵਾਲਿਆਂ ਦਾ ਛਕਦੇ ਆ, ਭਾਵਨਾ ਵਾਲਿਆਂ ਦਾ ਹੀ ਭੋਗ ਲਾਉਂਦੇ ਆ। ਨਹੀਂ ਤਾਂ ਮਲਕ ਭਾਗੋ ਦੇ ਪੂੜੇ ਉਹ ਕਿਹੜਾ ਕੌੜੇ ਲੱਗਦੇ ਸਨ, ਪਰ ਭਾਵਨਾ ਨਹੀਂ ਸੀ ਨਾ ਉੱਥੇ। ਸਤਿਗੁਰੂ ਜੀ ਨੇ ਭਾਈ ਲਾਲੋ ਦੇ ਘਰ ਭਾਵਨਾ ਵਾਲੇ ਦੇ ਜਾ ਕੇ ਛਕਿਆ। ਗੋਬਿੰਦ ਭਾਓ ਭਗਤ ਦਾ ਭੁੱਖਾ, ਜਦੋਂ ਭਾਓ ਭਗਤੀ ਦੇ ਨਾਲ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਭੋਗ ਲਵਾਉਂਦੇ ਆ ਤਾਂ ਸਤਿਗੁਰੂ ਜੀ ਭੋਗ ਲਾਉਂਦੇ ਆ। ਤਾਂ ਗੁਰਮੁਖ ਪਿਆਰਿਓ, ਉਹ ਕਥਾਵਾਚਕ ਸਿੰਘ ਕਹਿਣ ਲੱਗੇ ਵੀ ਜਦੋਂ ਭੋਗ ਲੱਗ ਗਿਆ ਉਸ ਤੋਂ ਬਾਅਦ ਤੋਲ ਕੇ ਦੇਖ ਲਿਓ, ਜੇ ਕਹਿੰਦੇ ਮੇਰੀ ਗੱਲ ਹੋਈ ਸੱਚੀ, ਮੇਰੀ ਗੱਲ ਤਾਂ ਸੱਚੀ ਹੈ, ਕਹਿੰਦੇ ਮੈਨੂੰ ਤਾਂ ਪੂਰੀ ਭਾਵਨਾ ਹੈ ਹੀ, ਫਿਰ ਕਹਿੰਦੇ ਸਿਰ ਦੀ ਲਾ ਲਓ ਸ਼ਰਤ। ਜੇ ਤਾਂ ਕਹਿੰਦੇ ਉਹ ਘਟ ਗਿਆ ਵੇਟ, ਵਜ਼ਨ ਘਟ ਗਿਆ ਕੜਾਹ ਪ੍ਰਸ਼ਾਦ ਦੀ ਦੇਗ ਦਾ, ਫਿਰ ਤਾਂ ਕਹਿੰਦਾ ਮੈਂ ਤੁਹਾਡੇ ਸਾਰਿਆਂ ਦੇ ਸਿਰ ਲਾਹੂੰਗਾ। ਤੇ ਜੇਕਰ ਕਹਿੰਦਾ ਵੀ ਨਾ ਘਟਿਆ, ਫਿਰ ਤੁਸੀਂ ਮੇਰਾ ਸਿਰ ਲਾ ਦਿਓ। ਜਦੋਂ ਆ ਸਿਰ ਲਾਉਣ ਵਾਲੀ ਗੱਲ ਹੋਈ, ਉਹ ਕਹਿੰਦੇ ਜੀ ਐਂ ਤਾਂ ਨਹੀਂ ਫਿਰ ਕੰਮ ਚੱਲਣਾ, ਕਹਿੰਦੇ ਇਹ ਤਾਂ ਨਹੀਂ ਅਸੀਂ ਕਰ ਸਕਦੇ। ਸੋ ਇਸ ਪ੍ਰਕਾਰ ਜਿਹੜੇ ਭਾਵਨਾ ਵਾਲੇ ਹੈ, ਸੋ ਭਾਵਨਾ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਜੋ ਵੀ ਵਸਤੂ ਆਉਂਦੀ ਹੈ ਉਹ ਸਤਿਕਾਰਯੋਗ ਬਣ ਜਾਂਦੀ ਹੈ। ਇਸ ਕਰਕੇ ਸਤਿਕਾਰ ਕਰਕੇ ਆਪਾਂ ਕੜਾਹ ਨੂੰ ਕੜਾਹ ਪ੍ਰਸ਼ਾਦ ਕਹਿੰਦੇ। ਐਵੇਂ ਹੀ ਇੱਥੇ ਇਹ ਜਿਹੜੇ ਕਵੀ ਜੀ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੇਸਰੇ ਦੀ ਮਹਿਮਾ, ਉਹਨਾਂ ਨੇ ਬਾਜ ਦੀ ਮਹਿਮਾ ਕੀਤੀ ਹੈ। ਇਸ ਤੋਂ ਅੱਗੇ ਦੱਸਦੇ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਸ਼ਿਕਾਰ ਨੂੰ ਚੜ੍ਹਦੇ ਹੈ ਤਾਂ ਉਸ ਵੇਲੇ ਦਾ ਨਜ਼ਾਰਾ ਕਿਸ ਤਰ੍ਹਾਂ ਦਾ ਹੁੰਦਾ। ਪੜ੍ਹਿਓ ਜੀ ਦੁਬਾਰਾ ਪੰਕਤੀ। ਸਤਿਗੁਰ ਸੱਚੇ ਪਾਤਸ਼ਾਹ ਜਦੋਂ ਸ਼ਿਕਾਰ ਨੂੰ ਚੜ੍ਹਦੇ ਆ ਨਾ, ਵੱਡੇ ਵੱਡੇ ਜਿਹੜੇ ਸੈਲ ਪਹਾੜ ਹੈ ਉਹ ਵੀ ਦਬਦੇ ਆ ਸਤਿਗੁਰੂ ਜੀ ਦੀ ਮਹਿਮਾ ਨੂੰ ਵੇਖ ਕੇ। ਸੈਲ ਹੈ ਦਬਤ ਐਲ ਪਰਤ ਅਲੰਕ ਪਰ, ਅਲੰਕ ਨਾਮ ਹੈ ਆਸਮਾਨ ਦਾ, ਆਕਾਸ਼ ਦਾ। ਕਹਿੰਦੇ ਆਕਾਸ਼ ਦੇ ਵਿੱਚ ਵੀ ਐਲ ਰੌਲਾ ਰੱਪਾ ਪੈ ਜਾਂਦਾ, ਹੜਕੰਪ ਮਚ ਜਾਂਦਾ ਹੈ, ਧਮੱਚੜ ਪੈ ਜਾਂਦਾ ਹੈ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਿਕਾਰ ਨੂੰ ਚੜ੍ਹਦੇ ਹਨ। ਤੇ ਇਸੇ ਪ੍ਰਕਾਰ ਖਲਕ ਜਿਹੜੀ ਖਲਕਤ ਹੈ, ਲੋਕ ਹਨ, ਤੇ ਖਲਨ ਜਿਹੜੇ ਮੂਰਖ ਦੁਸ਼ਟ ਲੋਕ ਹੈ, ਕਹਿੰਦੇ ਉਹਨਾਂ ਨੂੰ ਵੀ ਖੈਲ ਭੈਲ ਪੈ ਜਾਂਦੀ ਹੈ, ਉਹਨਾਂ ਦੇ ਵਿੱਚ ਵੀ ਕਹਿੰਦੇ ਹਲਚਲ ਮਚ ਜਾਂਦੀ ਹੈ। ਔਰ ਜਿਹੜੇ ਦੁਸ਼ਟ ਲੋਕ ਆ ਨਾ, ਕਈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤੇਜ ਪ੍ਰਤਾਪ ਨੂੰ ਦੇਖ ਕੇ ਆਪਣਾ ਘਰ-ਬਾਰ ਛੱਡ ਜਾਂਦੇ ਹਨ। ਇਸ ਪ੍ਰਕਾਰ ਕਹਿੰਦੇ ਕਾਨਨ ਕੁਰੰਕ, ਜੰਗਲਾਂ ਦੇ ਵਿੱਚ ਜਿਹੜੇ ਕਹਿੰਦੇ ਕੁਰੰਗ ਹਨ, ਹਿਰਨ ਆਦਿਕ ਮਿਰਗ ਆਦਿਕ ਹਨ, ਔਰ ਬਾਚੇ ਮਦ ਕੇ ਮਤੰਗ, ਜਿਹੜੇ ਬੜੇ ਮਦਮਸਤ ਹਾਥੀ ਹਨ। ਸੋ ਇਸ ਪ੍ਰਕਾਰ ਕਹੂੰ ਬਾਗਨ, ਇਸ ਪ੍ਰਕਾਰ ਜਿਹੜੇ ਸ਼ੇਰ ਆਦਿਕ ਜਾਨਵਰ ਹਨ।
ਕਹਿੰਦੇ ਬਾਘ ਜਿਹੜੇ ਸ਼ੇਰ ਹੈ, ਵਿਹੰਗ ਪੰਛੀ ਹੈ, ਤੇ ਇਸੇ ਪ੍ਰਕਾਰ ਬਾਨਰ ਜਿਹੜੇ ਹੈ, ਬਾਂਦਰ ਹੈ, ਇਹ ਸਾਰੇ ਕਹਿੰਦੇ ਬਾਚੇ ਕਹਾਂ ਰਹਿ। ਇਹ ਬਚ ਕੇ ਕਹਿੰਦੇ ਬ੍ਰਿਕ ਬਘਿਆੜ ਆਦਿਕ ਹੈ ਜਿਹੜੇ, ਇਹ ਕਹਿੰਦੇ ਬਚ ਕੇ ਕਿੱਥੇ ਰਹਿਣਗੇ। ਝਾਕ ਰੋਜ ਦੀਸ਼ ਕਰ ਚੱਕਰ ਬਰਾਨਤੀ। ਇਸੇ ਪ੍ਰਕਾਰ ਝਾਂਖ ਜਿਹੜੇ ਚਿਤਲੇ ਜੇ ਮਿਰਗ ਹੁੰਦੇ ਆ, ਚਿਤਲੇ ਜੇ ਸਰੀਰ ਵਾਲੇ, ਸੋ ਕਹਿੰਦੇ ਉਹ ਝਾਂਖ ਚਿਤਲੇ ਮਿਰਗ, ਤੇ ਰੋਜ਼ ਵੀ ਇਹਨਾਂ ਮਿਰਗਾਂ ਵਰਗਾ ਹੀ ਗਊ ਵਰਗਾ ਇੱਕ ਜਾਨਵਰ ਹੁੰਦਾ ਹੈ, ਇਹਨੂੰ ਨੀਲ ਗਊ ਵੀ ਕਿਹਾ ਜਾਂਦਾ ਹੈ। ਮਾਲਵੇ ਦੇ ਵਿੱਚ ਬਹੁਤ ਰੋਜ਼ ਹੁੰਦੇ ਆ, ਇੱਧਰ ਦੁਆਬੇ 'ਚ ਤਾਂ ਮੈਨੂੰ ਪਤਾ ਨਹੀਂ ਕਿ ਇੱਧਰ ਹੁੰਦੇ ਆ ਜਾਂ ਨਹੀਂ। ਮਾਲਵੇ ਦੇ ਖੇਤਾਂ ਵਿੱਚ ਆਮ ਹੀ ਰੋਜ਼ ਤੁਰੇ ਫਿਰਦੇ ਮਿਲ ਜਾਂਦੇ ਆ, ਨੀਲ ਗਊ ਵੀ ਇਹਨੂੰ ਕਿਹਾ ਜਾਂਦਾ ਹੈ। ਸੋ ਇਸੇ ਪ੍ਰਕਾਰ ਰੀਛ ਜਿਹੜੇ ਰਿੱਛ ਹੈ, ਤੇ ਘਰ ਝਾਖਰ ਜਿਹੜੇ ਝਾਖਰ ਕਹਿੰਦੇ ਆ 12 ਸਿੰਘੇ ਨੂੰ, 12 ਸਿੰਘੇ ਇਤਿਆਦਿਕ ਹਨ। ਤੇ ਇਸੇ ਪ੍ਰਕਾਰ ਬ੍ਰਾਹਨ ਕੇ ਜਿਹੜੇ ਬ੍ਰਾਹਨ ਨਾਮ ਹੈ ਸੂਰ ਦਾ, ਸੂਰ ਇਤਿਆਦਿਕ ਦੇ। ਸਤਿਗੁਰੂ ਜੀ ਦੀਆਂ ਅਕਾਲੀ ਫੌਜਾਂ, ਨੀਲੇ ਬਾਣੇ ਵਾਲੀਆਂ ਫੌਜਾਂ ਨਾ ਕਹਿੰਦੇ ਜਦੋਂ ਸ਼ਿਕਾਰ ਕਰਦੀਆਂ, ਦਾਹਨ ਦਰਨ ਦੇਵ ਬਾਹਨ ਸੋ ਮਾਰ ਹੈ। ਜਿਹੜੇ ਪਹਿਲਾਂ ਜਾਨਵਰ ਗਿਣੇ ਆ ਕਹਿੰਦੇ ਬੰਦੂਕ ਦਾ ਨਿਸ਼ਾਨਾ ਲਾ ਕੇ ਇਹਨਾਂ ਨੂੰ ਦਾਹਨ ਕਰ ਦਿੰਦੇ ਆ। ਦਾਹਨ ਨਾਮ ਹੈ ਜਦੋਂ ਬੰਦੂਕ ਦਾ ਨਿਸ਼ਾਨਾ ਲਾਇਆ ਜਾਵੇ, ਤੇ ਮਾਰਨਾ ਹੁੰਦਾ ਤਲਵਾਰ ਦੇ ਨਾਲ। ਦਾਹਨ ਦਾ ਤੇ ਮਾਰਨ ਦਾ ਅਰਥ ਦਾ ਫਰਕ ਹੈ। ਜਾਂ ਦਾਹਨ ਦਰਨ ਇਹਨਾਂ ਦੀਆਂ ਜਾੜਾਂ ਨੂੰ ਦਲ ਦਿੰਦੇ ਆ, ਇਹਨਾਂ ਦੇ ਦੰਦ ਖੱਟੇ ਕਰ ਦਿੰਦੇ ਆ। ਔਰ ਦੇਵ ਬਾਹਨ ਸੋ ਮਾਰ ਹੈ, ਦੇਵੀ ਦਾ ਬਾਹਨ ਸ਼ੇਰ, ਸ਼ੇਰ ਇਤਿਆਦਿਕ ਨੂੰ ਵੀ ਮਾਰਦੇ ਹਨ। ਇਸ ਪ੍ਰਕਾਰ ਕਹਿੰਦੇ ਪੁਕਾਰ ਪੈ ਜਾਂਦੀ ਆ, ਹਾਹਾਕਾਰ ਮਚ ਜਾਂਦੀ ਹੈ ਵੈਰੀਆਂ ਦੇ ਵਿੱਚ। ਅਰ ਨਾਮ ਹੈ ਵੈਰੀ ਦਾ, ਔਰ ਛੋਡੇ ਘਰ-ਬਾਰ ਭੱਜੈ। ਵੈਰੀ ਜਿਹੜੇ ਘਰ-ਬਾਰ ਛੱਡ ਕੇ ਭੱਜ ਜਾਂਦੇ ਹਨ। ਕਹਿੰਦੇ ਇੰਨੇ ਕੁ ਨਾਲ ਹੀ ਕਹਿੰਦੇ ਉਹਨਾਂ ਦੇ ਵਿੱਚ ਭੱਜਦੜ ਮੱਚ ਜਾਂਦੀ ਹੈ, ਵੈਰੀ ਘਰ-ਬਾਰ ਛੱਡ ਕੇ ਭੱਜ ਜਾਂਦੇ ਆ। ਕਵੀ ਜੀ ਕਹਿੰਦੇ ਇਹ ਤਾਂ ਨਾ ਜਿਹੜਾ ਮੈਂ ਵਰਣਨ ਕੀਤਾ ਹੈ, ਇਹ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਹਿਜ ਸੁਭਾਏ ਸ਼ਿਕਾਰ ਤੇ ਚੜ੍ਹਨ ਦਾ ਕਿਹਾ। ਤੇ ਜੇਕਰ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਐਨ ਤਿਆਰ ਬਰ ਤਿਆਰ ਹੋ ਕੇ ਪੂਰੀ ਤਿਆਰੀ ਦੇ ਨਾਲ ਆਉਣ, ਫੇਰ ਦੇਖੋ ਕੈਸਾ ਹਾਲ ਹੋਵੇਗਾ, ਕੈਸਾ ਦ੍ਰਿਸ਼ ਹੋਵੇਗਾ। ਜਦੋਂ ਕਹਿੰਦੇ ਸਾਜੋ ਸ਼ਿੰਗਾਰ ਦੇ ਸਮੇਤ ਸ਼ਸਤਰ ਧਾਰੀ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਿਕਾਰ ਨੂੰ ਚੜ੍ਹਦੇ ਹਨ। ਫਿਰ ਕਹਿੰਦੇ ਜਿਹੜੇ ਪੱਬਿਅਨ ਸਰਿੰਗ ਚੋਟੀਆਂ ਨੇ ਪਰਬਤਾਂ ਦੀਆਂ, ਉਹ ਵੀ ਕਹਿੰਦੇ ਪਿਸਾਨ ਪੀਸੀਆਂ ਜਾਂਦੀਆਂ ਹਨ। ਲੰਕਾ ਦੇ ਵਿੱਚ ਵੀ ਕਹਿੰਦੇ ਪੁਕਾਰ ਪੈ ਜਾਂਦੀ ਹੈ। ਤੇ ਕਹਿੰਦੇ ਜਿਹੜਾ ਇਹ ਲੰਕਾ ਦਾ ਰਾਜਾ ਰਾਵਣ ਤੋਂ ਬਾਅਦ ਭੀਖਣ ਬਣਿਆ, ਉਹ ਵੀ ਸ਼ੰਕਮਾਨ ਹੋ ਜਾਂਦਾ ਹੈ, ਉਹ ਵੀ ਕਹਿੰਦੇ ਰੰਕ ਜਾ ਹੋ ਜਾਂਦਾ, ਕਾਇਰ ਜਾ ਬਣ ਜਾਂਦਾ ਹੈ। ਫਨੀਪਨ ਜਿਹੜਾ ਸ਼ੇਸ਼ ਨਾਗ ਹੈ, ਸੋ ਕਹਿੰਦੇ ਹਜ਼ਾਰਾਂ ਮੂੰਹਾਂ ਵਾਲਾ ਜਿਹੜਾ ਸ਼ੇਸ਼ ਨਾਗ ਆ, ਉਹਦੇ ਫਨ ਜਿਹੜੇ ਆ ਉਹ ਟੁੱਟ ਕੇ ਡਿੱਗ ਪੈਂਦੇ ਹਨ। ਹੂਟ ਗਏ ਦਿਗਜ, ਦਿਗਜ ਨਾਮ ਹੈ ਦਿਗਪਾਲ, ਜਿਹੜੇ 8 ਹਾਥੀ ਬਹੁਤ ਸ੍ਰੇਸ਼ਟ ਕਿਸਮ ਦੇ ਮੰਨੇ ਆ, ਕਹਿੰਦੇ ਉਹ ਵੀ ਹੂਟ ਗਏ, ਉਹ ਵੀ ਹੰਭ ਜਾਂਦੇ ਹਨ, ਥੱਕ ਜਾਂਦੇ ਹਨ। ਤੇ ਜਿਹੜਾ ਧਰਤੀ ਹੇਠਲਾ ਧੌਲਾ ਹੈ, ਧਰਤੀ ਹੇਠਲਾ ਬਲਦ ਹੈ, ਉਹਦੀ ਵੀ ਕਹਿੰਦੇ ਧੀਰਜ ਰਹੀ ਕਿ ਤਾਂ ਉਹਦੀ ਧੀਰਜ ਵੀ ਕਹਿੰਦੇ ਕਿੱਧਰ ਜਾਂਦੀ ਰਹਿੰਦੀ ਹੈ, ਉਹ ਵੀ ਧੀਰਜ ਨਹੀਂ ਧਾਰਦਾ, ਭਾਵ ਧਰਤੀ ਡੋਲਣ ਲੱਗ ਪੈਂਦੀ ਹੈ। ਧਰਤੀ ਦੇ ਹੇਠਲਾ ਬਲਦ ਵੀ, ਕਿਉਂਕਿ ਇਹ ਪੁਰਾਣਕ ਕਥਾਵਾਂ ਨੇ ਵੀ ਧਰਤੀ ਜਿਹੜੀ ਹੈ ਬਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਭਰਮ ਨੂੰ ਨਿਵਰਤ ਕੀਤਾ ਸੀ। ਜਪਜੀ ਸਾਹਿਬ ਵਿੱਚ ਜਿਹੜਾ ਸ਼ਬਦ ਪੜ੍ਹਦੇ ਆ ਨਾ ਆਪਾਂ, ਧੌਲ ਧਰਮ ਦਇਆ ਕਾ ਪੂਤ, ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਪੁੱਛਦੇ ਆ ਇਹਨਾਂ ਨੂੰ ਵੀ ਜਿਹੜਾ ਧੌਲਾ ਹੈ, ਧੌਲਾ ਬਲਦ ਹੈ, ਇਹ ਕਹਿੰਦੇ ਕਿਹਦੇ ਆਸਰੇ ਖੜਦਾ? ਕਹਿੰਦੇ ਜੀ ਇਹਦੀਆਂ ਲੱਤਾਂ ਕਹਿੰਦੇ ਕੱਛੂ ਕੁੰਮੇ ਦੇ ਉੱਤੇ ਹੁੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਫਿਰ ਕੱਛੂ ਕੁੰਮਾ ਕਿਹਦੇ ਆਸਰੇ ਖੜਾ? ਕਹਿੰਦੇ ਕੱਛੂ ਕੁੰਮੇ ਦੇ ਹੇਠਾਂ ਕਹਿੰਦੇ ਜੀ ਇੱਕ ਸੂਰ ਹੁੰਦਾ, ਉਹਨੇ ਆਪਣੇ ਹੁੱਡ ਦੇ ਉੱਤੇ ਕਹਿੰਦੇ ਕੱਛੂ ਕੁੰਮੇ ਨੂੰ ਆਪਣੀਆਂ ਜਾੜਾਂ ਦੇ ਉੱਤੇ ਟਿਕਾਇਆ ਹੁੰਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਫਿਰ ਉਹ ਜਿਹੜਾ ਸੂਰ ਹੈ ਉਹ ਕਿਹਦੇ ਆਸਰੇ ਖੜਾ ਹੁੰਦਾ? ਕਹਿੰਦੇ ਜੀ ਉਹਦੇ ਹੇਠਾਂ ਇੱਕ ਹੋਰ ਧਰਤੀ ਹੈ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਹੋਰ ਧਰਤੀ ਹੈ ਜਿਹੜੀ ਉਹ ਕਿਹਦੇ ਆਸਰੇ? ਕਹਿੰਦੇ ਜੀ ਉਹਦੇ ਹੇਠਾਂ ਇੱਕ ਹੋਰ ਬਲਦ ਹੈ। ਕਹਿੰਦੇ ਬਲਦ ਦੇ ਥੜੇ ਕੱਛੂ ਕੁਮੇ ਦੇ ਹੇਠਾਂ ਫੇਰ ਸੂਰ। ਮਹਾਰਾਜ ਕਹਿੰਦੇ ਬਸ ਫਿਰ ਇਦਾਂ ਹੀ ਚੱਲੀ ਜਾਂਦਾ। ਕਹਿੰਦੇ ਜਿਹੜਾ ਸਾਰਿਆਂ ਤੋਂ ਲਾਸਟ ਦੇ ਉੱਤੇ ਤੁਹਾਡਾ ਸੂਰ ਖੜਾ ਹੈ, ਜਿਹਨੇ ਹੁੱਡ ਦੇ ਉੱਤੇ ਚੁੱਕਿਆ ਹੋਇਆ ਕੱਛੂ ਕੁਮੇ ਨੂੰ, ਕੱਛੂ ਕੁਮੇ ਦੇ ਉੱਤੇ ਬਲਦ ਹੈ ਤੇ ਬਲਦ ਦੇ ਸਿੰਘਾਂ ਦੀ ਧਰਤੀ ਹੈ, ਉਹ ਦੱਸੋ ਕਿਹਦੇ ਆਸਰੇ ਹੈ? ਫਿਰ ਕੋਈ ਜਵਾਬ ਨਹੀਂ ਆਇਆ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ੰਕਾ ਨਿਵਰਤ ਕੀਤਾ। ਕਹਿੰਦੇ ਜਿਹੜੀ ਇਹ ਧਰਤੀ ਹੈ ਨਾ, ਇਹ ਕਹਿੰਦੇ ਧਰਮ ਰੂਪੀ ਬਲਦ ਦੇ ਸਿਰ ਦੇ ਉੱਤੇ ਖੜੀ ਹੈ। ਜੇ ਧਰਮ ਹੈਗਾ ਤਾਂ ਧਰਤੀ ਖੜੀ ਹੈ। ਜਿਸ ਦਿਨ ਧਰਤੀ ਤੋਂ ਧਰਮ ਖਤਮ ਹੋ ਗਿਆ, ਉਸ ਦਿਨ ਇਹ ਧਰਤੀ ਵੀ ਗਰਕ ਜਾਵੇਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਜਿਹੜਾ ਧੌਲਾ ਬਲਦ ਹੈ, ਧਰਮ ਹੈ, ਉਹਦਾ ਮਾਂ ਪਿਓ ਕੌਣ ਹੈ? ਕਿਹਦਾ ਜਾਇਆ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਉਹ ਦਇਆ ਦਾ ਪੁੱਤਰ ਹੈ। ਦਇਆ ਵਿੱਚੋਂ ਧਰਮ ਦੀ ਉਤਪਤੀ ਹੁੰਦੀ ਹੈ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਦਇਆ ਵਿੱਚੋਂ ਧਰਮ ਪੈਦਾ ਹੁੰਦਾ ਹੈ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ, ਕਵੀ ਜੀ, ਉਹਨਾਂ ਦੀ ਮਹਿਮਾ ਬਿਆਨ ਕਰਦੇ ਆ। ਕਹਿੰਦੇ ਜਦੋਂ ਸ਼ਿਕਾਰ ਤੇ ਚੜ੍ਹਦੇ ਆ ਨਾ, ਧਰਤੀ ਹੇਠਾਂ ਜਿਹੜਾ ਧੌਲਾ ਬਲਦ ਉਹਦੀ ਵੀ ਧੀਰਜ ਜਾਂਦੀ ਰਹਿੰਦੀ ਹੈ ਕਿਧਰੇ। ਫਿਰ ਕਹਿੰਦੇ ਕੱਛਪ ਜਿਹੜਾ ਕੱਛੂ ਕੁਮਾ ਹੈ ਤੇ ਕੌਲ ਨਾਮ ਹੈ ਸੂਰ ਦਾ, ਜਿਹੜੇ ਪਹਿਲਾਂ ਦੱਸਿਆ ਵੀ ਉਹ ਬਲਦ ਦੇ ਹੇਠਾਂ ਇਹ ਦੋਵੇਂ ਹੈ। ਕਹਿੰਦੇ ਇਹ ਵੀ ਕਹਿੰਦੇ ਬਿਹਾਲ ਵਿਆਕੁਲ ਹੋ ਜਾਂਦੇ ਹਨ ਸਾਰੇ। ਜਦੋਂ ਕਹਿੰਦੇ ਚਾਲ ਪੈਂਦੀ ਹੈ ਨਾ ਸਤਿਗੁਰੂ ਜੀ ਦੀ ਫੌਜ ਦੀ, ਤੇ ਸਤਿਗੁਰੂ ਜੀ ਦੇ ਚਮੂ ਨੂੰ, ਚਤਰੰਗੀ ਸੈਨਾ ਨੂੰ ਦੇਖ ਕੇ ਚਿੱਤ ਨਾਮ ਹੈ ਦੇਖ ਕੇ ਦੇਖਣ ਦਾ। ਕਹਿੰਦੇ ਚਾਲ ਪਰੇ ਚਤੁਰੰਗ ਚਮੂ ਚਿੱਤ। ਜਦੋਂ ਕਹਿੰਦੇ 4 ਪ੍ਰਕਾਰ ਦੀ ਸੈਨਾ, ਹਾਥੀਆਂ ਤੇ, ਘੋੜਿਆਂ ਤੇ, ਰਥਾਂ ਤੇ ਇਸੇ ਪ੍ਰਕਾਰ ਪੈਦਲ ਜਿਹੜੇ ਨਿਹੰਗ ਸਿੰਘ ਹੱਥਾਂ ਵਿੱਚ ਵੱਡੇ ਵੱਡੇ ਨੇਜੇ ਵਰਸ਼ੇ ਫੜ ਕੇ ਜਾਂਦੇ ਆ ਨਾ, ਤੇ ਉਹਨੂੰ ਵੇਖ ਕੇ ਕਹਿੰਦੇ ਫਿਰ ਸਾਰਿਆਂ ਦੇ ਵਿੱਚ ਹੀ ਕਹਿੰਦੇ ਇਹ ਹਲਚਲ ਜੀ ਪੈਦਾ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਸ਼ਿਕਾਰ ਤੇ ਚੜ੍ਹਦੇ ਆ, ਉਸ ਮਹਿਮਾ ਨੂੰ ਕਵੀਆਂ ਨੇ ਕਵਿੱਤ ਬਣਾ ਕੇ ਵਰਣਨ ਕੀਤਾ ਹੈ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਦਾਨੀ ਕਿਵੇਂ ਹੈ, ਦਾਨੀਆਂ ਵਿੱਚੋਂ ਮਹਾਦਾਨੀ ਕਿਵੇਂ ਹੈ, ਉਹ ਦਾਨ ਦੇ ਕਵਿੱਤ ਆਉਣਗੇ। ਉਹ ਆਪਾਂ ਕੱਲ੍ਹ ਦੇ ਪ੍ਰਸੰਗ ਵਿੱਚ ਸਰਵਣ ਕਰ ਲਵਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਸਮਾਪਤੀ ਕਰੀਏ, ਫਿਰ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਚਤੁਰੰਗ ਚਮੂ ਚਿੱਤ, हे गोविंद हे गोपाल हे दयाल लाल। प्राणनाथ अनाथ सखे दीन दर्द निवार। हे समर्थ आगम पूरन मोहे मया तार। अंधकूप महाभयान नानक पार उतार। वाहिगुरु जी का खालसा, वाहिगुरु जी की फतेह।